ਸੁਖਮਨੀ ਸਾਹਿਬ ਦਾ ਪਹਿਲਾਂ ਉਹਨਾਂ ਨੇ ਪਾਠ ਭਾਜਪਾ ਦੇ ਦਫ਼ਤਰ ਦੇ ਵਿੱਚ ਕਰਾਇਆ ਔਰ ਉਸ ਤੋਂ ਬਾਅਦ ਨਾਰਾ ਦਿੱਤਾ ਨਵਾਂ ਪੰਜਾਬ ਭਾਜਪਾ ਦੇ ਨਾਲ। ਇਹ ਕਿਹੜਾ ਪੰਜਾਬ ਹੈ ਜਿਹੜਾ ਭਾਜਪਾ ਨੂੰ ਲੱਗ ਰਿਹਾ ਕਿ ਉਹਨਾਂ ਦੇ ਨਾਲ ਹੈ? ਤਾਂ ਜੇ ਹੁਣ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਲਾਈਨ ਲਾਗੂ ਹੁੰਦੀ ਹੈ, ਨਵਾਂ ਪੰਜਾਬ ਸਿਰਜਿਆ ਜਾਂਦਾ ਤਾਂ ਪੰਜਾਬ ਕਿਉਂ ਜਾਉਣਾ ਉਹ ਹੈ ਜਾਂ ਹੋਣਾ ਜਿੱਥੇ ਇੱਕ ਜਿਹੜੀ ਅਲੱਗ ਪਛਾਣ ਲਈ ਹੋ ਰਹੀ ਲੜਾਈ ਸੀ ਤੇ ਉਹ ਲੜਾਈ ਦਾ ਕਿ ਪਿਛੜ ਜਾਣਾ ਜਾਂ ਉਸ ਲੜਾਈ ਦਾ ਖਤਮ ਹੋ ਜਾਣਾ ਜਾਂ ਘਟ ਜਾਣਾ ਜਾਂ ਕਮਜ਼ੋਰ ਹੋ ਜਾਣਾ ਸੁਭਾਵਿਕ ਹੈ, ਜਾਂ ਫਿਰ ਰਿਐਕਸ਼ਨ ਚੋਂ ਉਹਦਾ ਜ਼ਿਆਦਾ ਵੱਡੇ ਰੂਪ ਦੇ ਵਿੱਚ ਰਿਐਕਟ ਕਰਨਾ ਉਹ ਕੁਝ ਹੋਊਗਾ ਉਸ ਲੈਵਲ ਤੇ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਵੀ ਜੇਕਰ ਸਟੇਟਮੈਂਟ ਨੂੰ ਆਪਾਂ ਦੇਖ ਲਈਏ ਤਾਂ ਪ੍ਰਸ਼ਾਂਤ ਕਿਸ਼ੋਰ ਦਾ ਵੀ ਕੱਲ ਇਹ ਬਿਆਨ ਆਇਆ ਹੈ ਕਿ ਮੋਦੀ ਉਹਨਾਂ ਦਾ ਦੇਸ਼ ਦੇ ਵਿੱਚੋਂ ਭਾਜਪਾ ਦਾ ਦੇਸ਼ ਦੇ ਵਿੱਚੋਂ ਜਾਣਾ ਹੁਣ ਇਸ ਵੇਲੇ ਮੁਮਕਿਨ ਨਹੀਂ ਹੈਗਾ। ਲੱਗਦਾ ਹੈ ਕਿ ਉਹ ਇਸੇ ਤਰੀਕੇ ਦੇ ਨਾਲ ਸੱਤਾ ਦੇ ਉੱਤੇ ਕਾਬਜ਼ ਰਹਿਣਗੇ ਕਿਉਂਕਿ ਕਹਿੰਦੇ ਜੇਕਰ ਕੋਈ ਵਿਅਕਤੀ ਕੋਈ ਪਾਰਟੀ 30% ਤੋਂ ਵੱਧ ਵੋਟਾਂ ਹਾਸਲ ਕਰ ਲੈਂਦਾ ਤਾਂ ਉਹਦਾ ਇੱਕ ਆਪਣਾ ਜਿਹੜਾ ਹੈ ਦਬਦਬਾ ਉਹ ਸਿਆਸਤ ਦੇ ਵਿੱਚ ਰਹਿ ਲੈਂਦਾ ਹੈ। ਤਾਂ ਕਹਿੰਦੇ ਰਾਹੁਲ ਗਾਂਧੀ ਦਾ ਭੁਲੇਖਾ ਹੋਊਗਾ ਕਿ ਜੇਕਰ ਉਹ ਸੋਚਦੇ ਨੇ ਕਿ ਮੋਦੀ ਨੂੰ ਜਲਦ 2024 ਦੇ ਵਿੱਚ ਲੋਕੀ ਬਾਹਰ ਸਿੱਟ ਦੇਣਗੇ, ਕਹਿੰਦੇ ਮੋਦੀ ਨੂੰ ਭਾਵੇਂ ਸਿੱਟ ਸਕਦੇ ਨੇ ਪਰ ਭਾਜਪਾ ਨੂੰ ਉਹ ਬਾਹਰ ਨਹੀਂ ਸਿੱਟਣਗੇ। ਨਹੀਂ, ਸਾਡੇ ਕੁਐਸਚਨ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਇੱਕ ਟੈਕਨੋਕ੍ਰੇਟ ਦੀ ਤਰ੍ਹਾਂ ਆਪਣੇ ਆਪ ਨੂੰ ਚੀਜ਼ਾਂ ਨੂੰ ਉਧੇੜ ਪਾਉਣ ਰਿਹਾ ਹੈ। ਉਹ ਕੋਈ ਆਈਡੀਓਲੋਜੀਕਲ ਆਦਮੀ ਨਹੀਂ ਹੈ, ਉਹ ਕੋਈ ਹਿਸਟੋਰੀਕਲ ਪਰਸਪੈਕਟਿਵ 'ਚ ਗੱਲ ਕਰਨ ਵਾਲਾ ਬੰਦਾ ਨਹੀਂ ਹੈ। ਸਾਡੇ ਪ੍ਰਸ਼ਾਂਤ ਕਿਸ਼ੋਰ ਨੂੰ ਇਸ ਲੈਵਲ ਤੇ ਵਡਿਆ ਦਿੱਤਾ ਗਿਆ ਕਿ ਜਿਵੇਂ ਇੱਕ ਸੁਪਰਡੈਂਟ ਕਲੈਰੀਕਲ ਲੋਕ ਕੰਮ ਕਰਦੇ ਨੇ, ਜੇ ਉਹਦੀ ਮੈਟ੍ਰਿਕਸ ਠੀਕ ਬੈਠ ਜਾਂਦੀ ਹੈ ਤਾਂ ਅਸੀਂ ਉਹਨੂੰ ਵੱਡਾ ਬੰਦਾ ਬਣਨ ਲੱਗ ਜਾਂਦੇ ਹਾਂ। ਉਹਦੀ ਉਹ ਮੇਰੇ ਖਿਆਲ ਔਕਾਤ ਨਹੀਂ ਹੈ ਉਸ ਪੱਧਰ ਦੀ ਚੀਜ਼ਾਂ ਨੂੰ ਸਮਝਣ ਦੀ। ਚੀਜ਼ਾਂ ਨੂੰ ਸਮਝਣ ਦੇ ਕੁਐਸਚਨ ਇਹ ਨੇ, ਇੱਕ ਤਾਂ ਉਹ ਲੋਕ ਮੂਵਮੈਂਟਾਂ ਨੂੰ ਮਾਈਨਸ ਕਰਦਾ ਹੈ ਵਿੱਚੋਂ, ਜਨਤਕ ਸਟਰਗਲ ਜਿਹੜੀਆਂ ਹੁੰਦੀਆਂ ਨੇ, ਜਿਹੜੇ ਕਹਿੰਦੇ ਸੀ ਪ੍ਰਸ਼ਾਂਤ ਕਿਸ਼ੋਰ ਵਰਗੇ ਕਿ ਇੱਥੇ ਅੰਗਰੇਜ਼ਾਂ ਦਾ ਰਾਜ ਸੂਰਜ ਨਹੀਂ ਸੀ ਛਿਪਦਾ ਤੇ ਸੂਰਜ ਕਦ ਡੁੱਬ ਗਿਆ ਤੇ ਉਸ ਤੋਂ ਬਾਅਦ ਸਭ ਦੇ ਸਾਹਮਣੇ ਹੈ। ਤੇ ਇਸੇ ਤਰ੍ਹਾਂ ਕਾਂਗਰਸ ਦਾ ਕਹਿੰਦੇ ਸੀ ਪ੍ਰਸ਼ਾਂਤ ਕਿਸ਼ੋਰ ਵਰਗੇ ਇੱਕ ਜ਼ਮਾਨੇ ਤੱਕ। ਇਹ ਠੀਕ ਹੈ ਕਿ ਸਗੋਂ ਨੁਕਸ ਕਿੱਥੇ ਹੈ? ਨੁਕਸ ਇਹਦੋਂ ਉਲਟ ਦਿਸ਼ਾ ਦੇ ਵਿੱਚ ਹੈ ਕਿ ਜਿਹੜੀ ਕੰਪਰੋਮਾਈਜ਼ਿੰਗ ਸਥਿਤੀ ਦੇ ਵਿੱਚ ਕਾਂਗਰਸ ਆ ਗਈ ਜਾਂ ਸਾਡੀਆਂ ਬਾਕੀ ਪਾਰਟੀਆਂ ਆ ਗਈਆਂ, ਉਹਨੇ ਬੀਜੇਪੀ ਨੂੰ ਮਜ਼ਬੂਤ ਕੀਤਾ। ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਉਹਨਾਂ ਦੇ ਨਾਲ ਜਦੋਂ ਗੱਲ ਹੋਈ ਤਾਂ ਉਹ ਕਹਿੰਦੇ ਕਿ ਇੱਕ ਗੱਲ ਤਾਂ ਸਾਫ਼ ਹੈਗੀ ਹੈ, ਦੁਸ਼ਯੰਤ ਗੌਤਮ ਕਹਿ ਰਹੇ ਸੀਗੇ ਕਿ ਖੇਤੀ ਕਾਨੂੰਨ ਕਹਿੰਦੇ ਰੱਦ ਨਹੀਂ ਹੋਣਗੇ। ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ ਹਾਂ, ਅਸੀਂ ਮਸਲਾ ਹੱਲ ਕਰਨ ਲਈ ਤਿਆਰ ਹੈਗੇ ਹਾਂ, ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਦੂਸਰੇ ਪਾਸੇ ਭਾਜਪਾ ਦੇ ਲੀਡਰ ਹੈਗੇ ਨੇ ਮਾਸਟਰ ਮੋਹਨ ਲਾਲ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ 15 ਦਿਨਾਂ ਦੇ ਵਿੱਚ ਮਸਲਾ ਹੱਲ ਹੋਣ ਜਾ ਰਿਹਾ ਹੈਗਾ। ਹੁਣ ਭਾਜਪਾ ਦੇ ਲੀਡਰਾਂ ਦੇ ਹੀ ਆਪਣੇ ਆਪਣੇ ਵਿਚਾਰ, ਆਪਣੇ ਆਪਣੇ ਬਿਆਨ ਸਾਹਮਣੇ ਆ ਰਹੇ ਨੇ, ਤਾਂ ਕੀ ਵਾਕਈ ਲੱਗਦਾ ਹੈ ਕਿ ਮਸਲਾ ਹੱਲ ਹੋਣ ਜਾ ਰਿਹਾ ਹੈ ਜਾਂ ਫਿਰ ਅਜੇ ਸਿਰਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੈਸੇ ਤਾਂ ਇਹ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਆ ਕੇ ਗੱਪਸ਼ਪ ਮਾਰਦੇ ਨੇ, ਇਹਨਾਂ ਨੂੰ ਨਾ ਉਧਰਲਿਆਂ ਨੂੰ ਕੁਝ ਪਤਾ ਨਾ ਦੂਜਿਆਂ ਨੂੰ ਪਤਾ, ਦੋਨਾਂ ਤਰ੍ਹਾਂ ਨੂੰ ਕੁਝ ਨਹੀਂ ਪਤਾ। ਬੀਜੇਪੀ 'ਚ ਨਾਰਮਲੀ ਇਹ ਕਿਹਾ ਜਾਂਦਾ, ਜਿਵੇਂ ਰਕੇਸ਼ ਕਹਿ ਤੇ ਠੀਕ ਕੰਬੀਨੇਸ਼ਨ ਇਹ ਕਰਦਾ ਕਿ ਬੀਜੇਪੀ ਦੀ ਗਵਰਨਮੈਂਟ ਹੈ, ਇਹ ਮੋਦੀ ਤੇ ਸ਼ਾਹ ਦੀ ਗਵਰਨਮੈਂਟ ਹੈ, ਮਤਲਬ ਕਾਰਪੋਰੇਟ ਸਪੋਰਟਰ, ਕਾਰਪੋਰੇਟ ਜਿਵੇਂ ਕਹਿੰਦਾ ਉਹ ਹੈ। ਤੇ ਕੱਲ ਰਾਜੇਵਾਲ ਉਹਨਾਂ ਨੇ ਵੀ ਇੱਥੇ ਪੰਜਾਬੀ ਯੂਨੀਵਰਸਿਟੀ 'ਚ ਜਿਹੜਾ ਸੈਮੀਨਾਰ ਸੀ ਉੱਥੇ ਇਹ ਗੱਲ ਕਹੀ ਹੈ ਕਿ ਦੋ ਹੀ ਬੰਦੇ ਨੇ ਜਿਹੜੇ ਜੇ ਚਾਹਣਗੇ ਤਾਂ ਹੋ ਜਾਊਗਾ ਤੇ ਨਹੀਂ ਤਾਂ ਹੋਏਗਾ ਨਹੀਂ। ਇਹਨਾਂ ਨਾਲ ਤਾਂ ਸਲਾਹ ਵੀ ਨਹੀਂ ਕੋਈ ਕਰਦਾ, ਇਹਨਾਂ ਨੂੰ ਤਾਂ ਕਰਦਾ ਉਹ ਲੈਕਚਰ ਦੇਣ ਆਉਂਦੇ ਨੇ, ਕਦੇ ਕਿਸੇ ਨੂੰ ਬੁਲਾ ਕੇ ਪੁੱਛਿਆ ਜਾਂਦਾ ਕੋਈ ਗੱਲ ਹੁੰਦੀ ਹੈ, ਉਹ ਤਾਂ ਜਿੰਨਾ ਕਿ ਜਿਹਨੂੰ ਠੀਕ ਲੱਗਦਾ ਆਪਣੇ ਤਰੀਕੇ ਨਾਲ ਗੱਲਾਂ ਬਾਤਾਂ ਕਰਦਾ, ਉਸ ਤਰੀਕੇ ਦੀ ਗੱਲ ਕਰਦਾ। ਤਾਂ ਕੱਲ ਅਰਵਿੰਦ ਕੇਜਰੀਵਾਲ ਉਹਨਾਂ ਦੀ ਫੇਰੀ ਨੂੰ ਕਿਵੇਂ ਵੇਖਦੇ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਕੋਈ ਵੀ ਕਿਸਾਨ ਨੂੰ ਅਸੀਂ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ, ਕਿਸੇ ਦੀ ਖੁਦਕੁਸ਼ੀ ਨਹੀਂ ਹੋਊਗੀ ਔਰ ਜਿਹੜੀ ਫਸਲਾਂ ਦਾ ਮੁਆਵਜ਼ਾ ਹੋਊਗਾ ਉਹ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਦੇਵਾਂਗੇ। ਸਰਕਾਰ ਕੇਜਰੀਵਾਲ ਨੂੰ ਇੱਕ ਸਵਾਲ ਦਾ ਜਵਾਬ ਦੇਣਾ ਚਾਹੀਦਾ। 2017 ਦੇ ਵਿੱਚ ਜਦੋਂ ਇਲੈਕਸ਼ਨ ਹੋ ਰਹੀ ਸੀ, ਉਦੋਂ ਪਹਿਲਾਂ ਕੇਜਰੀਵਾਲ ਇੱਕ ਖੁਦਕੁਸ਼ੀ ਪੀੜਤ ਬੰਦੇ ਦੇ ਘਰ ਗਿਆ ਸੀ। ਉਹ ਮੁੰਡਾ ਸੀ 23 ਸਾਲਾ ਯਾਦਵਿੰਦਰ, ਉਹਦਾ ਫਾਦਰ ਨਿਰਮਲ ਸਿੰਘ ਸੀ ਜਿਹੜਾ ਕੈਂਸਰ ਦਾ ਮਰੀਜ਼ ਸੀ। ਸਿਰਸੀ ਵਾਲਾ ਪਿੰਡ ਹੈ ਬੁਢਲਾਡੇ 'ਚ, ਮਾਨਸਾ ਡਿਸਟ੍ਰਿਕਟ ਦੇ ਵਿੱਚ, ਜਿੱਥੇ ਕੇਜਰੀਵਾਲ ਗੱਲ ਕਰਨਾ ਚਾਹੁੰਦਾ। ਉਦੋਂ ਅਕਾਲੀ ਦਲ ਕੇਜਰੀਵਾਲ ਨੂੰ ਨਾਮ ਮਿਲਣ ਦੇ ਲਈ ਉਹਨਾਂ ਦੇ ਘਰ ਪੁਲਿਸ ਲਾਤੀ, ਕੇਜਰੀਵਾਲ ਨਾਲ ਮਿਲੀ। ਉਦੋਂ ਵੀ ਇਹ ਕਈ ਸੁਸਾਈਡ ਵਾਲਾ, ਪਰ ਇੰਨਾ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਘੱਟੋ ਘੱਟ ਇਹਨਾਂ ਪਰਿਵਾਰਾਂ ਦੀ ਸਿਲੈਕਸ਼ਨ ਕਰਕੇ ਇਹਨਾਂ ਨੂੰ 2000 ਰੁਪਇਆ ਮਹੀਨਾ ਦੇਊਗੀ ਤਾਂ ਕਿ ਬੱਚੇ ਪੜ੍ਹਦੇ ਰਹੇ। ਇੱਕ ਵੀ ਬੰਦੇ ਨੂੰ ਚਾਲੂ ਹੈ। ਇਹ ਤਾਂ ਇੰਡੀਪੈਂਡੈਂਟ ਵੀ ਕਰ ਸਕਦੇ, ਤੁਸੀਂ ਪਾਰਟੀ ਵੀ ਕਰ ਸਕਦੇ ਹੋ, 100 ਪਰਿਵਾਰ ਨੂੰ ਤਾਂ ਐਡੀ ਕੋਈ ਗੱਲ ਨਹੀਂ ਹੈ। ਮੁੜ ਕੇ ਕੇਜਰੀਵਾਲ ਜਾਂ ਕੇਜਰੀਵਾਲ ਦਾ ਕੋਈ ਕਰਿੰਦਾ ਨਿਰਮਲ ਸਿੰਘ ਦੇ ਘਰ ਗਿਆ ਅੱਜ ਤੱਕ। ਹੁਣ ਦੁਬਾਰਾ ਵੋਟਾਂ ਆਈਆਂ ਨੇ, ਤੁਸੀਂ ਕਿਹਨੂੰ ਮੂਰਖ ਬਣਾਉਣਾ ਚਾਹੁੰਦੇ ਹੋ ਕਿ ਉਦੋਂ ਨਹੀਂ? ਤੇ ਅਗਲੀ ਗੱਲ ਇਹ ਹੈ ਕਿ ਪੰਜਾਬ ਦਾ ਕਿਸਾਨ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰ ਗਿਆ ਹੈ। ਇਹ ਮੁੱਦਾ ਕੇਜਰੀਵਾਲ ਤਾਂ ਕੇਜਰੀਵਾਲ ਦਾ ਕੋਈ ਹੋਰ ਤੀਜਾ ਬੰਦਾ ਵੀ ਆ ਜਾਏ, ਖੇਤੀ ਐਡਾ ਸੌਖਾ ਸਬਜੈਕਟ ਨਹੀਂ ਜਿੰਨੀਆਂ ਗੱਲਾਂ ਮਾਰ ਕੇ ਤੁਰ ਜਾਂਦੇ ਹੋ ਤੁਸੀਂ। ਖੇਤੀ ਦੁਨੀਆ ਭਰ ਦੇ ਕ੍ਰਾਈਸਿਸ ਦਾ ਨਾਮ ਹੈ। ਇਹਦੀਆਂ ਚੋਣਾਂ ਤੋਂ ਪਹਿਲਾਂ ਅੱਜ ਸੋਨੀਆ ਗਾਂਧੀ ਨੇ ਜਗਦੀਸ਼ ਟਾਈਟਲਰ ਨੂੰ ਪਰਮਾਨੈਂਟ ਇਨਵਾਈਟੀ ਜਿਹੜਾ ਹੈਗਾ ਉਹ ਨਿਯੁਕਤ ਕਰ ਦਿੱਤਾ ਗਿਆ। ਇਹ ਤੁਹਾਨੂੰ ਇਸ ਵੇਲੇ ਕੀ ਸਥਿਤੀ ਨਜ਼ਰ ਆ ਰਹੀ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ? ਲੱਗਦਾ ਹੈ ਮੁੱਦਾ ਕਾਂਗਰਸ ਦੇ ਵਾਸਤੇ ਭਾਰੀ ਪਊਗਾ।
ਗੱਲ ਵੀ ਇਹੀ ਹੈ, ਕਾਂਗਰਸ ਬਾਰ-ਬਾਰ ਇਹੀ ਮੂਰਖਤਾ ਵੀ ਕਰਦੀ ਹੈ। ਉਹ ਕਰਦੀ ਵੀ ਉਦੋਂ ਹੈ, ਉਹਨਾਂ ਸਮਿਆਂ 'ਚ ਕਰਦੀ ਹੈ ਜਦੋਂ ਦੌਰ ਆਉਂਦਾ ਹੈ, ਜਦੋਂ 31 ਅਕਤੂਬਰ ਆਉਂਦਾ ਹੈ ਤੇ 31 ਅਕਤੂਬਰ ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਉਹ ਬੜਾ ਸੈਂਸਿਟਿਵ ਦੌਰ ਹੁੰਦਾ। ਹੁਣ ਵੀ ਅਕਤੂਬਰੀ ਸਾਡੇ ਸਾਹਮਣੇ ਆ ਤੇ 1 ਨਵੰਬਰ ਵੀ ਸਾਹਮਣੇ ਆ। ਜਦੋਂ ਉਦੋਂ ਤੁਸੀਂ ਇਹੋ ਜਿਹਾ ਮਾਹੌਲ ਕਰਦੇ ਉਦੋਂ ਵੈਸੇ ਹੀ ਸੈਂਸਿਟਿਵਿਟੀ ਵਧੀ ਹੁੰਦੀ ਹੈ ਉਸ ਪੱਧਰ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਹਿੰਦੇ ਸੀ ਕਿ 25 ਐਗਰੀਕਲਚਰ ਐਕਸਪਰਟ ਲੈ ਕੇ ਮੈਂ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਿਹਾ ਔਰ ਕੱਲ ਉਹਨਾਂ ਦੀ ਮੁਲਾਕਾਤ ਹੀ ਨਹੀਂ ਹੁੰਦੀ ਹੈਗੀ। ਹਾਲਾਂਕਿ ਜਦੋਂ ਮੁਲਾਕਾਤ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤਾਂ ਓਬਵੀਅਸ ਹੀ ਗੱਲ ਹੈਗੀ ਹੈ ਕਿ ਸਮਾਂ ਫਿਕਸ ਹੋਊਗਾ, ਚੀਜ਼ਾਂ ਤੈਅ ਹੋਣਗੀਆਂ, ਤਾਂ ਹੀ ਉਹਨਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਸੀ। ਔਰ ਜਦੋਂ ਦਿੱਲੀ ਪਹੁੰਚ ਜਾਂਦੇ ਨੇ ਔਰ ਅਮਿਤ ਸ਼ਾਹ ਮਿਲਣ ਦਾ ਸਮਾਂ ਨਹੀਂ ਦਿੰਦੇ, ਇਸ ਨੂੰ ਕਿਵੇਂ ਵੇਖਦੇ? ਨਹੀਂ, ਉਹ ਵੀ ਮੈਨੂੰ ਇਹ ਲੱਗਦਾ ਕਿ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਦੇਖੀ ਹੋਣੀ ਹੈ, ਕਿਉਂਕਿ ਕੋਈ ਵੀ ਪੋਲੀਟੀਕਲ ਲੀਡਰ ਅਮਰਿੰਦਰ ਸਿੰਘ ਦੇ ਨਾਲ ਨਹੀਂ ਸੀ। OSP ਐਡਵਾਈਜ਼ਰਾਂ ਤੋਂ ਬਿਨਾਂ ਜਿਹੜੇ ਪੋਲੀਟੀਕਲ ਆਦਮੀ। ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਨੇ 3 ਮੰਤਰੀ ਇੱਥੇ ਭੇਜੇ ਹੋਏ ਨੇ, ਆਪਣੀ ਪਾਰਟੀ ਨਾਲ ਵੀ ਸਲਾਹ ਕਰਨੀ ਹੋਊਗੀ, ਫੀਡਬੈਕ ਲੈਣੀ ਹੋਊਗੀ, ਕਰਨੀ ਹੈ ਕੀ ਨਹੀਂ ਕਰਨਾ, ਤੇ ਉਹਦੇ ਉਹਨਾਂ ਨੇ ਟਾਲਾ ਵੱਟਤਾ ਹੋਣਾ ਅਮਰਿੰਦਰ ਸਿੰਘ ਤੋਂ। ਕੋਈ ਅਮਰਿੰਦਰ ਸਿੰਘ ਉਹਨਾਂ ਦੀ ਲੋੜ ਥੋੜੀ ਹੈ, ਅਮਰਿੰਦਰ ਸਿੰਘ ਦੀ ਲੋੜ ਉਹ ਬਣੇ ਹੋਏ ਨੇ ਤੇ ਜਦ ਉਹਨੂੰ ਚਾਹਣਗੇ ਉਹਨਾਂ ਨੂੰ ਵਰਤ ਲੈਣਗੇ। 4.5 ਸਾਲ ਵੀ ਵਰਤਦੀ ਰਹੀ ਹੈ ਬੀਜੇਪੀ, ਔਰ ਬੀਜੇਪੀ ਵਰਗੇ ਹੀ ਬਿਆਨ ਦਿੰਦੇ ਰਹੇ। ਟੀਵੀ ਪੰਜਾਬ ਤੁਸੀਂ ਵੇਖ ਰਹੇ ਹੋ, ਮੈਂ ਹਾਂ ਗਗਨਦੀਪ ਸਿੰਘ। 22 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਅਖਾੜਾ ਭਖਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ, ਜਿੱਥੇ ਭਾਜਪਾ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ। ਔਰ ਉੱਥੇ ਹੀ ਗੱਲ ਕਰੀਏ ਕਿਸਾਨੀ ਅੰਦੋਲਨ ਦੀ, ਤਾਂ ਕਿਸਾਨੀ ਅੰਦੋਲਨ ਇਸ ਵੇਲੇ ਕਿਸ ਪਾਸੇ ਨੂੰ ਜਾ ਰਿਹਾ ਹੈ, ਕਿਉਂਕਿ ਟਿਕਰੀ ਔਰ ਗਾਜ਼ੀਪੁਰ ਬਾਰਡਰ ਤੋਂ ਵੀ ਹੁਣ ਜੋ ਬੈਰੀਕੇਡ ਲਗਾਏ ਹੋਏ ਸੀ ਉਹ ਹਟਾਉਣੇ ਸ਼ੁਰੂ ਹੋ ਚੁੱਕੇ ਨੇ। ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਇਹ ਸਵਾਲ ਖੜਾ ਹੋ ਰਿਹਾ ਕਿ ਵਾਕਈ ਹੀ ਕਿਸਾਨੀ ਅੰਦੋਲਨ ਖਤਮ ਹੋਣ ਜਾ ਰਿਹਾ ਹੈ, ਕਿਸਾਨਾਂ ਦੀਆਂ ਮੰਗਾਂ ਕੇਂਦਰ ਦੀ ਸਰਕਾਰ ਮੰਨਣ ਜਾ ਰਹੀ ਹੈ। ਔਰ ਦੂਸਰੇ ਪਾਸੇ ਭਾਜਪਾ ਦੇ ਜਿਹੜੇ ਐਲਾਨ ਇਸ ਵੇਲੇ ਨਜ਼ਰ ਆ ਰਹੇ ਨੇ, ਭਾਜਪਾ ਦੇ ਲੀਡਰਾਂ ਦੇ ਜੋ ਬਿਆਨ ਨਜ਼ਰ ਆ ਰਹੇ ਨੇ, ਉਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੁਣੀ ਜੁੜ ਚੁੱਕੇ ਨੇ। ਸਰ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਟੀਵੀ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਕਿਵੇਂ ਵੇਖਦੇ ਹੈ ਕਿ ਕੱਲ ਭਾਜਪਾ ਦੇ ਵੱਲੋਂ ਪ੍ਰੋਗਰਾਮ ਕੀਤਾ ਗਿਆ ਵੱਡੇ ਪੱਧਰ ਦੇ ਉੱਤੇ, ਸਿੱਖ ਕਮਿਊਨਿਟੀ ਨੂੰ ਹੀ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਗਿਆ, ਸਿੱਖ ਕਮਿਊਨਿਟੀ ਦੇ ਹੀ ਲੀਡਰ ਬੁਲਾਏ ਗਏ ਔਰ ਨਾਲ ਸੁਖਮਨੀ ਸਾਹਿਬ ਦਾ ਪਹਿਲਾਂ ਉਹਨਾਂ ਨੇ ਪਾਠ ਭਾਜਪਾ ਦੇ ਦਫ਼ਤਰ ਦੇ ਵਿੱਚ ਕਰਾਇਆ ਔਰ ਉਸ ਤੋਂ ਬਾਅਦ ਨਾਅਰਾ ਦਿੱਤਾ ਨਵਾਂ ਪੰਜਾਬ ਭਾਜਪਾ ਦੇ ਨਾਲ। ਇਹ ਕਿਹੜਾ ਪੰਜਾਬ ਹੈ ਜਿਹੜਾ ਭਾਜਪਾ ਨੂੰ ਲੱਗ ਰਿਹਾ ਕਿ ਉਹਨਾਂ ਦੇ ਨਾਲ ਹੈਗਾ? ਅਸਲ ਦੇ ਵਿੱਚ ਬੀਜੇਪੀ ਦੇ ਕਈ ਵਾਰ ਜਿਹੜੀਆਂ ਸਿੱਖ ਸ਼ਤਾਬਦੀਆਂ ਪਹਿਲਾਂ ਵੀ ਆਈਆਂ, ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਹ ਤੋਂ ਪਹਿਲਾਂ ਵੀ ਹੋਇਆ। ਜਦੋਂ ਵਾਜਪਾਈ ਗਵਰਨਮੈਂਟ ਸੀ ਕੇਂਦਰ ਦੇ ਵਿੱਚ 1999 ਦੇ ਵਿੱਚ ਜਿਹੜਾ ਖਾਲਸਾ ਪੰਥ ਦਾ 300 ਸਾਲਾ ਸੀ, ਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਸਾਜੇ, ਖਾਲਸਾ ਸਾਜਿਆ, ਉਦੋਂ ਵੀ ਉਹਨਾਂ ਨੇ ਪੈਸੇ ਰੱਖੇ ਸੀ 100 ਕਰੋੜ ਰੁਪਇਆ ਉਦੋਂ ਕਿ ਇਹਦੇ 'ਤੇ ਖਰਚ ਕਰਨਾ, ਤੇ 50 ਕਰੋੜ ਰੁਪਏ ਆਪਣੇ ਰਾਹੀਂ ਖਰਚ ਕਰਨ ਦੀ ਗੱਲ ਸੀ। ਉਦੋਂ ਰਾਸ਼ਟਰੀ ਸਿੱਖ ਸੰਗਤ ਬਣਦੀ ਹੈ, ਜਿਹੜੀ ਬੀਜੇਪੀ ਨੂੰ ਇਹ ਸੀ ਕਿ ਅਸੀਂ ਵੀ ਸਿੱਖਾਂ ਦੇ ਵਿੱਚ ਇੱਕ ਫੋਰਮ ਖੜਾ ਕਰੀਏ ਵੱਖ-ਵੱਖ ਟਾਈਪ ਦੇ, ਤੇ ਉਹ ਰਾਸ਼ਟਰੀ ਸਿੱਖ ਸੰਗਤ ਦੇ ਨਾਂ 'ਤੇ ਕੁਝ ਸਿੱਖਾਂ ਨੂੰ ਆਏ ਤੇ ਉਹ ਪੈਸਾ ਕਿਵੇਂ ਖਰਚ ਕੀਤਾ, ਕਿਵੇਂ ਸਾਰਾ ਉਹਦੀ ਡਿਸਪੋਜ਼ਲ 'ਤੇ ਸੀ 50 ਕਰੋੜ ਰੁਪਏ। ਤੇ ਇਸੇ ਤਰ੍ਹਾਂ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲੇ ਦੇ ਮੱਦੇ ਨਜ਼ਰ ਇਹਨਾਂ ਨੇ ਇਹ ਫੰਕਸ਼ਨ ਕੀਤਾ ਹੈ, ਜਿਹਦੇ ਸੁਖਮਨੀ ਸਾਹਿਬ ਦਾ ਪਾਠ ਵੀ ਤੇ ਕੁਝ ਸਿੱਖਾਂ ਨੂੰ ਹੋਰ ਸਾਰੇ ਮਿਲਾਉਣ ਦੀ ਵੀ ਗੱਲ ਹੈ। ਉਹਦੇ 'ਚ ਵੀ ਪੈਸਾ ਵੀ ਖਰਚ ਹੋਣਾ ਹੈ, ਗਵਰਨਮੈਂਟ ਆਫ ਇੰਡੀਆ ਦਾ ਪੈਸਾ ਹੋਣਾ ਹੈ, ਬਾਕੀ ਚੀਜ਼ਾਂ ਨੇ। ਤਾਂ ਪੈਸੇ ਦਾ ਰੋਲ ਅੱਜ ਕੱਲ੍ਹ ਸਿਆਸਤ ਦੇ ਵਿੱਚ ਜਾਂ ਬਾਕੀ ਚੀਜ਼ਾਂ ਜਗ੍ਹਾ ਨਾਮ ਚਾਹੇ ਧਾਰਮਿਕ ਲੈਂਦੇ ਹੋ, ਪਰ ਉਹਨੂੰ ਖਰਚ ਤੁਸੀਂ ਇਸ ਤਰੀਕੇ ਦਾ ਕਰਦੇ ਹੋ। ਹੁਣ ਇੱਕ ਤਰੀਕਾ ਤਾਂ ਇਹੀ ਹੁੰਦਾ ਕਿ ਆਹ ਗਵਰਨਮੈਂਟ ਆਫ ਇੰਡੀਆ ਕੋਲ ਇੰਨੇ ਪੈਸੇ ਨੇ, ਤੁਹਾਡੀ ਕਮਿਊਨਿਟੀ ਜਿਵੇਂ ਖਰਚ ਕਰਨਾ ਚਾਹੁੰਦੀ ਹੈ, ਜਥੇਦਾਰ ਅਕਾਲ ਤਖਤ ਵਿੱਚ ਇੱਕ ਜਨਰਲ ਕਮੇਟੀ ਬਣ ਗਈ ਤੇ ਉਹ ਕਰ ਲਓ, ਪਰ ਉਹਦੇ 'ਚ ਵੀ ਉਹ ਡਿਵੀਜ਼ਨ ਕਰ ਦਿੰਦੇ ਨੇ ਸਟੇਟ ਵਾਈਜ਼ ਇਸ ਪੱਧਰ ਦੀ। ਔਰ ਇਸ ਨੂੰ ਧਿਆਨ 'ਚ ਰੱਖ ਕੇ ਦੇ ਵਿੱਚ ਜਿਹੜਾ ਬੀਜੇਪੀ ਨੇ ਇੱਕ ਸਲੋਗਨ ਦਿੱਤਾ ਨਾਲ ਪੋਲੀਟੀਕਲ, ਉਸੇ ਗੱਲ ਸੇਮ ਡੇ ਗੁਰੂ ਤੇਗ ਬਹਾਦਰ ਸਾਹਿਬ ਦੀ ਹੋ ਰਹੀ ਹੈ, ਪਰ ਉਸੇ ਸਮੇਂ ਪੋਲੀਟਿਕਸ ਨਾਲ ਦੀ ਨਾਲ ਜੋੜ ਦੇਣੀ, ਇਹ ਇੱਕ ਮਤਲਬ ਇਹ ਦਿਖਾਈ ਦੇ ਰਿਹਾ ਕਿ ਉਹ ਥਰੂ ਧਰਮ ਵੀ ਇੱਕ ਇੰਟਰਵੀਨ ਪੰਜਾਬ ਦੇ ਵਿੱਚ ਕਰਨ ਦੀ ਗੱਲ ਹੈ। ਕਿਉਂਕਿ ਕਿਸਾਨ ਅੰਦੋਲਨ ਦਾ ਜਿਹੜਾ ਬੇਸਿਕ ਕਰੈਕਟਰ ਹੈ ਨਾਰਮਲੀ, ਉਹ ਚਾਹੇ ਕਿਸਾਨੀ ਮੰਗਾਂ ਨੇ, ਕਿਸੇ ਧਰਮ ਜਾਤ ਜਾਂ ਕਿਸੇ ਖਿੱਤੇ ਦੀ ਗੱਲ ਨਹੀਂ ਹੈ, ਸਾਰੇ ਕਿਸਾਨਾਂ ਦਾ, ਪਰ ਫਿਰ ਵੀ ਇਹ ਕਿਉਂਕਿ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੈ ਤੇ ਇੱਥੇ ਸਿੱਖ ਡੋਮੀਨੇਟਿੰਗ ਕਿਸਾਨੀ ਹੈ ਤੇ ਇਹਦੀ ਅਗਵਾਈ ਉਹੀ ਕਰ ਰਹੀ ਹੈ, ਤਾਂ ਉੱਥੋਂ ਬੀਜੇਪੀ ਇੱਕ ਟਾਈਪ ਦੀ ਅਛੂਤ ਵਰਗੀ ਪਾਰਟੀ ਬਣੀ ਹੋਈ ਹੈ ਤੇ ਉਹਨੂੰ ਕਿਤੇ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਤਾਂ ਕਿਤੇ ਨਰਮ ਗੋਸ਼ੇ ਦੇ ਵਾਸਤੇ ਕੁਛ ਤਾਂ ਉਹ ਇੱਧਰੋਂ ਪੋਲੀਟੀਕਲੀ ਸਿੱਖ ਆਉਣ, ਕੁਛ ਇਸ ਰਸਤੇ ਵਿੱਚ ਥੋੜ੍ਹੀ ਬਹੁਤ ਨਰਮਾਈ ਕੀਤੀ ਜਾਵੇ, ਇਹ ਸਾਰੀਆਂ ਗੱਲਾਂ 'ਤੇ ਉਹ ਚੱਲ ਰਹੇ ਨੇ। ਜਿਹੜਾ ਸਲੋਗਨ ਦਿੱਤਾ ਹੈ ਉਹ ਆਪਣੇ ਆਪ ਦੇ ਵਿੱਚ ਅਜੀਬ ਸਲੋਗਨ ਹੈ। ਹਰ ਪਾਰਟੀ ਨਵੇਂ ਪੰਜਾਬ ਦੀ ਗੱਲ ਕਰਦੀ ਹੈ ਨਾ, ਲੋਕ ਕਹਿੰਦੇ ਨੇ ਪੁਰਾਣਾ ਪੰਜਾਬ ਹੀ ਛੱਡ ਦਿਓ ਸਾਡਾ ਜਿਹੜਾ ਹੈ ਨਾ, ਨਵਾਂ ਪੰਜਾਬ ਕਿਹੋ ਜਿਹਾ ਬਣਾਓਗੇ।
ਹੁਣ ਜੇ ਬੀਜੇਪੀ ਦਾ ਨਵਾਂ ਪੰਜਾਬ ਬਣੂਗਾ ਉਹ ਕਿਹੋ ਜਿਹਾ ਬਣੂਗਾ? ਜੇ ਬੀਜੇਪੀ ਦੀ ਅਪਰੋਚ ਤੋਂ ਬਣੇਗਾ, ਉਹ ਅਪਰੋਚ ਕੀ ਹੈ? ਉਹਨੇ ਨਵਾਂ ਦੇਸ਼, ਨਵਾਂ ਰਾਸ਼ਟਰ, ਨਵਾਂ ਹਿੰਦੁਸਤਾਨ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ। ਨਵਾਂ ਹਿੰਦੁਸਤਾਨ ਪਿਛਲੇ 7 ਸਾਲਾਂ 'ਚੋਂ ਕੀ ਹੈ? ਨੰਬਰ 1, ਉਹ ਸੈਂਟਰਲਾਈਜ਼ਡ ਪਾਵਰ ਹੋਏਗੀ। ਨੰਬਰ 1, ਇੱਕ ਰਾਸ਼ਟਰ ਇੱਕ ਚੋਣ, ਇੱਕ ਰਾਸ਼ਟਰ ਇੱਕ ਬੋਲੀ, ਇੱਕ ਰਾਸ਼ਟਰ ਇੱਕ ਧਰਮ, ਇੱਕ ਰਾਸ਼ਟਰ ਇੱਕ, ਉਹ ਸਾਰਾ ਕੁਝ ਹੋਏਗਾ ਜਿਹਦੇ 'ਚ ਜਿਹੜੀਆਂ ਘੱਟ ਗਿਣਤੀਆਂ ਨੇ, ਦਲਿਤ ਹੈ, ਕਬੈਲੀ ਹੈ, ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਕਿ ਮੈਂ ਪਾਵਰਲੈਸ ਹੋ ਗਿਆ, ਮੇਰਾ ਫੈਸਲੇ 'ਚ ਕੋਈ ਯੋਗਦਾਨ ਨਹੀਂ ਹੈ। RSS ਦੀ ਆਈਡੀਓਲੋਜੀ ਸ਼ੁਰੂ ਤੋਂ ਕਹਿ ਕੇ ਹੈ ਇਹ, ਮਤਲਬ ਇਹ ਐਨੀ ਵੀ ਛੁਪੀ ਹੋਈ ਹੈ। 2 ਦੁਸ਼ਮਣ ਵਿਚਾਰਧਾਰਾਵਾਂ ਵੱਡੇ ਪੱਧਰ ਤੇ ਮੰਨਦੀ ਹੈ। ਇੱਕ ਖੱਬੇ ਪੱਖੀਆਂ ਨੂੰ, ਮਤਲਬ ਕਮਿਊਨਿਸਟਾਂ ਦੇ ਖਿਲਾਫ ਦੁਸ਼ਮਣਾਨਾ ਇੱਕ ਅਪਰੋਚ ਹੈ। ਇਸੇ 'ਚ ਆਪਾਂ ਦੇਖ ਸਕਦੇ ਹਾਂ ਕਿੰਨੇ ਲੋਕ ਬੰਦ ਨੇ, ਕਿਸ ਵਿਚਾਰਧਾਰਾ ਦੇ ਕਿਵੇਂ ਨੇ। ਦੂਜਾ ਮੁਸਲਿਮ ਮਿਨੋਰਟੀ ਨੂੰ, ਹੈ ਨਾ। ਅਤੇ ਉਹ ਸਾਰੇ ਦੇ ਵਿੱਚ ਵੈਸੇ ਤਾਂ ਜਦੋਂ ਅਪਰੋਚ ਇਹ ਬਣ ਜਾਂਦੀ ਹੈ ਤਾਂ ਸਾਰੀਆਂ ਮਿਨੋਰਟੀ ਨੂੰ, ਜਿਹੜੀ ਵੀ ਮਿਨੋਰਟੀ ਖੜੀ ਹੋਏਗੀ, ਕਿਉਂਕਿ ਸਿੱਖਾਂ ਨੂੰ ਅਜੇ ਤੱਕ RSS ਜਾਂ BJP ਉਹ ਹਿੰਦੂਆਂ ਦਾ ਹੀ ਇੱਕ ਹਿੱਸੇ ਦੇ ਤੌਰ ਤੇ ਕਈ ਵਾਰ ਬਿਆਨ ਵੀ ਆਉਂਦੇ ਨੇ, ਉਹ ਤੋਂ ਕੰਟਰੋਵਰਸੀ ਹੁੰਦੀ ਹੈ, ਅਸੀਂ ਨਹੀਂ ਹਾਂ। ਉਹ ਕਹਿੰਦੇ ਸਾਡਾ ਇੱਕ ਮਿਲੀਟੈਂਟ ਜਿਹਾ ਵਿੰਗ ਸੀਗਾ ਜਿਹੜਾ ਸਾਡੇ ਨਾਲ ਹੀ ਉਸ ਲੈਵਲ ਤੇ ਚੱਲਦੇ, ਇਹ ਸਾਡੇ ਹੀ ਨੇ, ਇੱਥੋਂ ਹੀ ਆਏ ਨੇ ਜੇ। ਹਾਲਾਂਕਿ ਸ਼ੁਰੂ ਤੋਂ ਲੈ ਕੇ ਭਾਈ ਕਾਨ ਸਿੰਘ ਨਾਭਾ ਨੇ ਲਿਖੀ ਹਮ ਹਿੰਦੂ ਨਹੀਂ ਹੈ, ਹੋਰ ਵੀ ਵੱਖ-ਵੱਖ ਟਾਈਪ ਦੇ ਲੋਕਾਂ ਨੇ ਇਹਦੇ ਤੇ ਗੱਲ ਕੀਤੀ ਕਿ ਕਿਉਂ ਵੱਖਰੇ ਨੇ, ਇਹਦੇ ਤੇ ਸਿਧਾਂਤਕ ਵਖਰੇਵੇਂ ਹੈਗੇ ਨੇ ਜਿਹੜੇ ਉਸ ਲੈਵਲ ਤੇ। ਪਰ BJP ਉਹਨੂੰ ਗ੍ਰਾਸਪ ਕਰਨ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਆਈਡੈਂਟੀਟੀ ਨੂੰ, ਉਸ ਪਛਾਣ ਨੂੰ, ਉਸ ਸੱਭਿਆਚਾਰ ਨੂੰ ਵੀ ਉਹ ਸੋਚਦੀ ਹੈ। ਤਾਂ ਜੇ ਹੁਣ ਪੰਜਾਬ ਦੇ ਵਿੱਚ ਵੀ BJP ਦੀ ਲਾਈਨ ਲਾਗੂ ਹੁੰਦੀ ਹੈ, ਨਵਾਂ ਪੰਜਾਬ ਸਿਰਜਿਆ ਜਾਂਦਾ ਹੈ, ਤਾਂ ਪੰਜਾਬ ਕਿਹੋ ਜਿਹਾ ਹੋਣਾ? ਉਹੋ ਜਿਹਾ ਹੋਣਾ ਹੈ ਜਿੱਥੇ ਇੱਕ ਜਿਹੜੀ ਅਲੱਗ ਪਛਾਣ ਲਈ ਹੋ ਰਹੀ ਲੜਾਈ ਸੀ, ਅਤੇ ਉਹ ਲੜਾਈ ਦਾ ਕਿ ਪਿਛੜ ਜਾਣਾ ਜਾਂ ਉਸ ਲੜਾਈ ਦਾ ਕਿ ਖਤਮ ਹੋ ਜਾਣਾ ਜਾਂ ਘਟ ਜਾਣਾ ਜਾਂ ਕਮਜ਼ੋਰ ਹੋ ਜਾਣਾ ਸੁਭਾਵਿਕ ਹੈ, ਜਾਂ ਫਿਰ ਰਿਐਕਸ਼ਨ 'ਚੋਂ ਉਹਦਾ ਜ਼ਿਆਦਾ ਵੱਡੇ ਰੂਪ ਦੇ ਵਿੱਚ ਰਿਐਕਟ ਕਰਨਾ, ਉਹ ਕੁਝ ਹੋਊਗਾ ਉਸ ਲੈਵਲ 'ਤੇ। ਇੱਕ ਗੱਲ ਮੰਨਣ ਵਾਲੀ ਹੈ ਕਿ ਮੈਜੋਰਿਟੀ ਸਿੱਖ ਸਾਈਕੀ ਜਿਹੜੀ ਹੈ ਉਹ BJP ਦੇ ਫੰਡੇ ਨਾਲ ਨਹੀਂ ਹੈ। ਇੱਕਾ ਦੁੱਕਾ ਕਿਤੇ ਵੀ ਚਲੇ ਜਾਂਦੇ ਨੇ, ਉਹ ਅਲੱਗ ਗੱਲ ਹੈ। ਇਹ ਇੱਥੋਂ ਦਿਖਾਈ ਦਿੰਦਾ ਕਿ ਅੱਜ ਦੀ ਗੱਲ ਨਹੀਂ, 2014 ਦੀ ਲੋਕ ਸਭਾ ਚੋਣ ਅਤੇ 2019 ਦੀ, ਜਦੋਂ ਪੂਰਾ ਦੇਸ਼ ਮੋਦੀ ਕੂਕ ਰਿਹਾ ਸੀ, ਪੰਜਾਬ ਦਾ ਵੋਟਰ, ਪੰਜਾਬ ਦਾ ਬੰਦਾ ਇੱਕ ਦੂਸਰੇ ਰਸਤੇ ਗਿਆ। ਪਹਿਲਾਂ 'ਚ 4 ਆਮ ਆਦਮੀ ਪਾਰਟੀ ਦੇ MP ਜਿਤਾਤੇ, ਬਾਕੀ ਹੋਰ, ਹਾਲਾਂਕਿ ਆਮ ਆਦਮੀ ਪਾਰਟੀ ਨੇ 432 ਕੈਂਡੀਡੇਟ ਖੜੇ ਕੀਤੇ, ਕੇਵਲ 18 ਦੀ ਜ਼ਮਾਨਤ ਬਚੀ ਸੀ, ਜਿਹਦੇ 'ਚ ਜਾਂ 7 ਦਿੱਲੀ ਵਾਲੇ ਸੀ ਜਾਂ ਪੰਜਾਬ ਵਾਲੇ ਸੀ। ਕੇਵਲ 1 ਦੀ ਮਹਾਰਾਸ਼ਟਰ ਤੋਂ ਜ਼ਮਾਨਤ ਬਾਹਰੋਂ ਬਚੀ ਸੀ, ਕਿਸੇ ਦੀ ਨਹੀਂ ਬਚੀ। ਕਿਉਂਕਿ ਪੰਜਾਬ ਇੱਕ ਆਪਣੀ ਆਇਡੈਂਟੀਟੀ, ਆਪਣੀ, ਜਿਵੇਂ ਬੰਗਾਲ ਨੇ ਇੱਕ ਅਲੱਗ ਟਾਈਪ ਦੀ ਆਪਣੀ ਬੰਗਾਲੀ ਪ੍ਰਾਈਡ ਦੇ ਰੂਪ ਦੇ ਵਿੱਚ ਗੱਲ ਕੀਤੀ ਹੈ, ਤਾਂ ਪੰਜਾਬ ਦੀ ਜਿਹੜੀ ਭਾਈਚਾਰਾ ਹੈ, ਖਾਸ ਤੌਰ 'ਤੇ ਸਿੱਖ ਭਾਈਚਾਰਾ, ਅਤੇ ਪੰਜਾਬ ਦਾ ਹਿੰਦੂ ਵੀ ਓਨਾ ਕਮਿਊਨਲ ਨਹੀਂ ਹੈ ਜਿੰਨਾ ਬਾਹਰ ਕਮਿਊਨਲ ਉਸ ਪੱਧਰ ਦੇ ਉੱਤੇ ਹੋ ਜਾਂਦਾ, ਕਿਉਂਕਿ ਇੱਥੇ ਮਿਲ ਕੇ ਵੀ ਰਹਿਣਾ। ਦੂਜਾ, ਇੱਕ ਪਿਛੋਕੜ ਦੇ ਵਿੱਚ ਜਿਹੜੀ ਸਿੱਖ ਗੁਰੂਆਂ ਦੀ ਫਿਲਾਸਫੀ ਵੀ ਹੈ, ਉਦੋਂ ਪੁਰਾਣੀ ਵੀ ਹੈ, ਇੱਕ ਕੰਪੋਜਿਟ ਕਲਚਰ ਜਿਹੜਾ ਸਾਂਝਾ ਸੱਭਿਆਚਾਰ ਹੈ, ਉਹਦਾ ਵੀ ਉਹਦੇ 'ਚ ਰੋਲ ਹੈ। ਉਹ ਸਾਰੀਆਂ ਚੀਜ਼ਾਂ ਦਾ ਰੋਲ ਹੈ। ਤਾਂ ਜੇ BJP ਦਾ ਇੰਜੈਕਸ਼ਨ ਉਹੀ ਲੱਗ ਗਿਆ ਨਵੇਂ ਪੰਜਾਬ ਦਾ ਜਿਹੜਾ ਪਹਿਲਾਂ, ਤਾਂ ਪੰਜਾਬ ਦਾ ਵੀ ਜਿਹੜਾ ਸੋਸ਼ਲ ਫੈਬਰਿਕ ਹੈ, ਜਿਹੜਾ ਸਮਾਜਿਕ ਤਾਣਾ ਬਾਣਾ ਹੈ, ਉਹਦੇ 'ਤੇ ਆਂਚ ਆਏਗੀ ਅਤੇ ਉਹਦੇ 'ਤੇ ਅਸਰ ਪਏਗਾ। ਕਿਉਂਕਿ ਜਦੋਂ ਤੁਸੀਂ ਇਹ ਦੇਖਦੇ ਹੋ ਬੈਕਗਰਾਊਂਡ ਦੇ ਵਿੱਚ, ਜਦੋਂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ਲਿਖਦਾ ਹੈ ਅਤੇ ਬਾਕੀ ਦੇ ਲੋਕ ਇਹ ਕਹਿੰਦੇ ਨੇ ਕਿ ਦਰਬਾਰ ਸਾਹਿਬ 'ਤੇ ਹਮਲਾ ਦੇਰੀ ਨਾਲ ਕੀਤਾ ਗਿਆ, ਸਹੀ ਕਦਮ ਹੈ, ਅਤੇ ਜਦੋਂ ਬਾਕੀ ਦੀਆਂ ਚੀਜ਼ਾਂ ਨੂੰ ਤੁਸੀਂ ਵਾਜਬ ਠਹਿਰਾਉਂਦੇ ਹੋ ਤਾਂ ਉਹ ਮਾਨਸਿਕਤਾ ਨੂੰ ਨਹੀਂ ਟੁੰਬ ਸਕਦਾ ਕਿਸੇ ਵੀ ਰੂਪ 'ਚ। ਚਾਹੇ ਕਾਂਗਰਸ ਮੇਨ ਦੋਸ਼ੀ ਉਦੋਂ ਮੰਨੀ ਜਾਂਦੀ ਹੈ ਹਮਲੇ ਦੇ ਰੂਪ ਦੇ ਵਿੱਚ, ਅਤੇ ਜੇ BJP ਗੋਧਰਾ ਕਰਦੀ ਹੈ, ਜੇ BJP ਬਾਕੀ ਦੀਆਂ ਚੀਜ਼ਾਂ ਕਰਦੀ ਹੈ, ਤਾਂ ਇੱਥੇ ਵੀ ਦਿਖਾਈ ਦੇਊਗਾ। ਔਰ ਗਜੇਂਦਰ ਸ਼ੇਖਾਵਤ ਤਾਂ ਕੱਲ ਸਟੇਜ ਤੋਂ ਵੀ ਇਹ ਬੋਲਦੇ ਹੋਏ ਨਜ਼ਰ ਆਏ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਤਿਕਾਰ ਨਹੀਂ ਕਰ ਸਕਦਾ, ਜਿਹੜਾ ਰਾਸ਼ਟਰੀ ਧਵਜ ਦਾ ਸਤਿਕਾਰ ਨਹੀਂ ਕਰ ਸਕਦਾ, ਇਹੋ ਜਿਹੇ ਵਿਅਕਤੀ ਦੀ ਕਹਿੰਦੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਕੋਈ ਥਾਂ ਹੀ ਨਹੀਂ ਹੈਗੀ, ਇਹੋ ਜਿਹੇ ਵਿਅਕਤੀ ਦੀ ਅਸੀਂ ਸੋਚ ਨੂੰ ਹੀ ਨਹੀਂ ਦੇਸ਼ ਦੇ ਵਿੱਚ ਰਹਿਣ ਦੇਵਾਂਗੇ। ਤਾਂ ਕੀ ਫਿਰ ਇਹ ਇਸ਼ਾਰਾ ਪੰਜਾਬ ਦੇ ਲੋਕਾਂ ਨੂੰ ਵੀ ਸੀਗਾ ਕਿ ਜੇ ਉਹ ਪ੍ਰਧਾਨ ਮੰਤਰੀ ਮੋਦੀ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਫਿਰ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ? ਨਹੀਂ, ਉਹ ਸਾਰੇ ਕਿਤੇ ਹੁੰਦਾ। ਇੱਥੇ ਫਰਕ ਕੇਵਲ ਇੰਨਾ ਕੁ ਹੈ ਕਿ ਜਿਹੜਾ ਆਬਾਦੀ ਦਾ ਪ੍ਰੋਫਾਈਲ ਹੋਰ ਹੈ, ਡੈਮੋਗ੍ਰਾਫੀ ਹੋਰ ਹੈ। ਇੱਥੇ ਕਿਉਂਕਿ ਇੱਕ ਸਟੇਟ ਹੈ ਜਿੱਥੇ ਮੈਜੋਰਿਟੀ ਦੇ ਵਿੱਚ ਸਿੱਖ ਨੇ ਅਤੇ ਮਿਨੋਰਟੀ ਦੇ ਵਿੱਚ ਹਿੰਦੂ। ਜੇ ਮੈਜੋਰਿਟੀ ਇੱਥੇ ਵੀ ਹੋ ਜੇ, ਜਿਹੜੇ ਕਿ ਡਰਦੇ ਨੇ, ਜੰਮੂ ਕਸ਼ਮੀਰ ਦੇ ਵਿੱਚ ਮੁਸਲਿਮ ਕਿਉਂ ਡਰਦਾ ਬਹੁਤਾ, ਕਿ ਤੁਸੀਂ ਇਹ ਸਾਡਾ ਸਪੈਸ਼ਲ ਸਟੇਟਸ ਖਤਮ ਕਰਕੇ ਤੁਸੀਂ ਆਪਣੀ ਆਬਾਦੀ ਇੱਥੇ ਬਹੁਤੀ ਵਸਾ ਕੇ ਇੱਥੇ ਵੀ ਸਾਨੂੰ ਘੱਟ ਗਿਣਤੀ 'ਚ ਕਰ ਦੋਗੇ ਅਤੇ ਫਿਰ ਸਾਡਾ ਸੱਤਾ 'ਚ ਰੋਲ ਨਹੀਂ ਰਹਿਣਾ। ਜਿਵੇਂ ਜੇ ਦੇਸ਼ ਦਾ ਢਾਂਚਾ ਦੇਖਦੇ ਹਾਂ BJP ਦੀ ਵਿਚਾਰਧਾਰਾ 'ਤੇ, ਤਾਂ ਦੇਸ਼ ਦੇ ਢਾਂਚੇ ਦੇ ਵਿੱਚ ਇਹ ਹੈ ਕਿ ਲਗਭਗ 17-18% ਪਾਪੂਲੇਸ਼ਨ ਹੈ ਮੁਸਲਿਮ ਦੀ। 78 ਮੈਂਬਰਾਂ 'ਚੋਂ ਇੱਕ ਕੈਬਨਿਟ ਦੇ ਵਿੱਚ ਹੈ, 78 ਮੈਂਬਰੀ ਪਾਰਲੀਮੈਂਟ ਦੇ ਵਿੱਚ
ਉਹ ਵੀ ਕੋਈ ਮੁਸਲਮ ਕਰਕੇ ਨਹੀਂ, ਮਤਲਬ ਵੈਸੇ ਹੀ ਤੁਹਾਡਾ ਚਾਪਲੂਸ ਕਰਕੇ ਤੁਸੀਂ ਇੱਕ ਬੰਦਾ ਲੈ ਲਿਆ। ਜੇ ਅਸੀਂ ਐਡੇ ਵੱਡੇ ਦੇਸ਼ ਦੇ ਵਿੱਚ ਇੱਕ ਗੱਲ ਕਰਦੇ ਹਾਂ ਕਿ ਜੇ ਬਰਾਬਰ ਦੀਆਂ ਸਾਰੀਆਂ ਧਿਰਾਂ ਨੂੰ ਅਸੀਂ ਸੰਤੁਸ਼ਟ ਕਰਾਉਣਾ ਹੈ ਜਮਹੂਰੀਅਤ ਦੇ ਵਿੱਚ, ਜਮਹੂਰੀਅਤ ਦੇ ਵਿੱਚ ਤਰੀਕਾ ਇਹ ਹੁੰਦਾ ਕਿ ਜਿੰਨੀ ਜਿੰਨੀ ਉਹਦੀ ਪਛਾਣ ਹੈ, ਜਿੰਨੀ ਜਿੰਨੀ ਉਹਦੀ ਗਿਣਤੀ ਹੈ, ਜਿੰਨਾ ਜਿੰਨਾ ਉਹਦਾ ਪ੍ਰਭਾਵ ਹੈ, ਉਹਨੂੰ ਸੱਤਾ ਦੇ ਵਿੱਚ ਹਿੱਸੇਦਾਰ ਬਣਾਉਣਾ ਹੁੰਦਾ। ਤੇ ਜੇ ਤੁਸੀਂ ਧੱਕ ਕੇ ਕੱਢ ਦਿਓਗੇ ਕਿ ਸੱਤਾ ਤਾਂ ਮੇਰੀ ਚੱਲੂਗੀ, ਤੂੰ ਮੇਰੇ ਮੁਤਾਬਕ ਚੱਲਣਾ ਤਾਂ ਚੱਲ, ਨਹੀਂ ਚੱਲਣਾ ਤਾਂ ਤੈਨੂੰ ਬਿਨਾਂ ਸੱਤਾ ਰਹਿਣਾ ਪਊਗਾ, ਤਾਂ ਸੁਭਾਵਿਕ ਹੈ ਕਿ ਉਹਦੇ 'ਚੋਂ ਜਿਹੜੀਆਂ ਪਛਾਣਾਂ ਦੀਆਂ ਲੜਾਈਆਂ ਨੇ ਉਹ ਮਜ਼ਬੂਤ ਹੋਣਗੀਆਂ। ਪਛਾਣਾਂ ਦੀਆਂ ਲੜਾਈਆਂ ਬੜੇ ਹਮਲਾਵਰ ਰੂਪ ਦੇ ਵਿੱਚ ਵੀ ਅੱਗੇ ਆ ਸਕਦੀਆਂ ਨੇ, ਕਿਉਂਕਿ ਇਹਨਾਂ ਪਛਾਣਾਂ ਲਈ ਸਦੀਆਂ ਤੋਂ ਲੋਕਾਂ ਨੇ ਸੰਘਰਸ਼ ਕੀਤਾ ਹੈ। ਇਹ ਪਛਾਣ ਕੋਈ ਅੱਜ ਦੇ ਕੁਐਸਚਨ ਨਹੀਂ ਹੈ। ਇਹ ਜਿਹੜਾ ਵੀ ਬੰਦਾ ਆਇਆ, ਚਾਹੇ ਕੋਈ ਡਿਕਟੇਟਰ ਆਇਆ, ਕੋਈ ਉਹ ਆਇਆ, ਉਹਨਾਂ ਦੇ ਬਾਵਜੂਦ ਅਥਾਹ ਕੁਰਬਾਨੀਆਂ ਕਰਕੇ ਉਹ ਪਛਾਣਾਂ ਕਾਇਮ ਰੱਖੀਆਂ ਨੇ। ਮੋਦੀ ਔਰ ਦੇਸ਼ ਇੱਕੋ ਹੀ ਹੈ। ਜਿਵੇਂ ਇੱਕ ਵਾਰੀ ਨਾਅਰਾ ਲੱਗ ਗਿਆ ਸੀ ਉਦੋਂ 71 ਤੋਂ ਬਾਅਦ, ਜਦੋਂ ਜੰਗ ਬੰਗਲਾਦੇਸ਼ ਦੀ, ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ, ਇਹ ਲਾਇਆ ਸੀ, ਤੇ ਉਸ ਦੇ ਕੀ ਹਾਲਾਤ ਕੀਤੇ ਦੇਸ਼ ਦੇ ਵਿੱਚ। ਉਦੋਂ ਬਾਅਦ ਐਮਰਜੈਂਸੀ ਆਈ, ਐਮਰਜੈਂਸੀ ਦੇ ਬਾਅਦ ਜੋ ਹਾਲਾਤ ਸੀ ਉਹ ਸਾਰੀਆਂ ਚੀਜ਼ਾਂ। ਇਸੇ ਤਰ੍ਹਾਂ ਜੇ ਮੋਦੀ ਤੇ ਇੰਡੀਆ ਇਕੱਠਾ ਹੀ ਹੋ ਗਿਆ ਤਾਂ ਜੋ ਖਤਰਨਾਕ ਮਾਹੌਲ ਬਣਨਾ ਹੈ, ਇਹ ਸਭ ਨੂੰ ਸੋਚਣਾ ਹੀ ਚਾਹੀਦਾ। ਕੋਈ ਇੱਕ ਬੰਦਾ ਜਿਹਨੂੰ ਲੋਕਾਂ ਨੇ ਚੁਣਿਆ 5 ਸਾਲ ਲਈ, 7 ਸਾਲ ਲਈ, ਉਹ ਦੇਸ਼ ਦਾ ਪ੍ਰਗਟਾਵਾ, ਔਰ ਉਹ ਵੀ ਚੁਣਿਆ ਕਿਹਨੇ ਹੈ, ਤੇ ਉਹ ਵੀ ਅਜੇ ਵੀ ਮੈਜੋਰਟੀ ਲੋਕਾਂ ਨੇ ਨਹੀਂ ਚੁਣਿਆ, ਅਜੇ ਵੀ 50% ਤੋਂ ਘੱਟ ਵੋਟਾਂ ਨੇ ਚੁਣਿਆ ਹੋਇਆ, ਤੇ ਬਹੁਗਿਣਤੀ ਤੁਹਾਡੇ ਨਾਲ ਉਹ ਅਜੇ ਵੀ ਵੋਟਰ ਦੇ ਤੌਰ ਤੇ ਵੀ ਨਹੀਂ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਵੀ ਜੇਕਰ ਸਟੇਟਮੈਂਟ ਨੂੰ ਆਪਾਂ ਦੇਖ ਲਈਏ ਤਾਂ ਪ੍ਰਸ਼ਾਂਤ ਕਿਸ਼ੋਰ ਦਾ ਵੀ ਕੱਲ ਇਹ ਬਿਆਨ ਆਇਆ ਹੈ ਕਿ ਮੋਦੀ ਉਹਨਾਂ ਦਾ ਦੇਸ਼ ਦੇ ਵਿੱਚੋਂ, ਭਾਜਪਾ ਦਾ ਦੇਸ਼ ਦੇ ਵਿੱਚੋਂ ਜਾਣਾ ਹੁਣ ਇਸ ਵੇਲੇ ਮੁਮਕਿਨ ਨਹੀਂ ਹੈਗਾ। ਲੱਗਦਾ ਕਿ ਉਹ ਇਸੇ ਤਰੀਕੇ ਦੇ ਨਾਲ ਸੱਤਾ ਦੇ ਉੱਤੇ ਕਾਬਜ਼ ਰਹਿਣਗੇ, ਕਿਉਂਕਿ ਕਹਿੰਦੇ ਜੇਕਰ ਕੋਈ ਵਿਅਕਤੀ, ਕੋਈ ਪਾਰਟੀ 30% ਤੋਂ ਵੱਧ ਵੋਟਾਂ ਹਾਸਲ ਕਰ ਲੈਂਦਾ ਤਾਂ ਉਹਦਾ ਇੱਕ ਆਪਣਾ ਜਿਹੜਾ ਹੈ ਦਬਦਬਾ ਉਹ ਸਿਆਸਤ ਦੇ ਵਿੱਚ ਰਹਿ ਲੈਂਦਾ ਹੈ। ਤਾਂ ਕਹਿੰਦੇ ਰਾਹੁਲ ਗਾਂਧੀ ਦਾ ਭੁਲੇਖਾ ਹੋਊਗਾ ਕਿ ਜੇਕਰ ਉਹ ਸੋਚਦੇ ਨੇ ਕਿ ਮੋਦੀ ਨੂੰ ਜਲਦ 2024 ਦੇ ਵਿੱਚ ਲੋਕੀ ਬਾਹਰ ਸਿੱਟ ਦੇਣਗੇ, ਕਹਿੰਦੇ ਮੋਦੀ ਨੂੰ ਭਾਵੇਂ ਸਿੱਟ ਸਕਦੇ ਨੇ ਪਰ ਭਾਜਪਾ ਨੂੰ ਉਹ ਬਾਹਰ ਨਹੀਂ ਸਿੱਟਣਗੇ। ਨਹੀਂ, ਸਾਡੇ ਕੁਐਸਚਨ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਇੱਕ ਟੈਕਨੋਕ੍ਰੇਟ ਦੀ ਤਰ੍ਹਾਂ ਆਪਣੇ ਆਪ ਨੂੰ ਚੀਜ਼ਾਂ ਨੂੰ ਉਧੇੜ ਬੁਣ ਰਿਹਾ ਹੈ। ਉਹ ਕੋਈ ਆਈਡੀਓਲੋਜੀਕਲ ਆਦਮੀ ਨਹੀਂ ਹੈ, ਉਹ ਕੋਈ ਹਿਸਟੋਰੀਕਲ ਪਰਸਪੈਕਟਿਵ 'ਚ ਗੱਲ ਕਰਨ ਵਾਲਾ ਬੰਦਾ ਨਹੀਂ ਹੈ। ਸਾਡੇ ਪ੍ਰਸ਼ਾਂਤ ਕਿਸ਼ੋਰ ਨੂੰ ਇਸ ਲੈਵਲ ਤੇ ਵਡਿਆ ਦਿੱਤਾ ਗਿਆ ਕਿ ਜਿਵੇਂ ਇੱਕ ਸੁਪਰਡੈਂਟ ਕਲੈਰੀਕਲ ਲੋਕ ਕੰਮ ਕਰਦੇ ਨੇ, ਜੇ ਉਹਦੀ ਮੈਟ੍ਰਿਕਸ ਠੀਕ ਬੈਠ ਜਾਂਦੀ ਹੈ ਤਾਂ ਅਸੀਂ ਉਹਨੂੰ ਵੱਡਾ ਬੰਦਾ ਬਣਨ ਲੱਗ ਜਾਂਦੇ ਹਾਂ। ਉਹਦੀ ਉਹ ਮੇਰੇ ਖਿਆਲ ਔਕਾਤ ਨਹੀਂ ਹੈ ਉਸ ਪੱਧਰ ਦੀ ਚੀਜ਼ਾਂ ਨੂੰ ਸਮਝਣ ਦੀ। ਚੀਜ਼ਾਂ ਨੂੰ ਸਮਝਣ ਦੇ ਕੁਐਸਚਨ ਇਹ ਨੇ, ਇੱਕ ਤਾਂ ਉਹ ਲੋਕ ਮੂਵਮੈਂਟਾਂ ਨੂੰ ਮਾਈਨਸ ਕਰਦਾ ਵਿੱਚੋਂ, ਜਨਤਕ ਸਟਰਗਲ ਜਿਹੜੀਆਂ ਹੁੰਦੀਆਂ ਨੇ, ਜਿਹੜੇ ਕਹਿੰਦੇ ਸੀ ਪ੍ਰਸ਼ਾਂਤ ਕਿਸ਼ੋਰ ਵਰਗੇ ਕਿ ਇੱਥੇ ਅੰਗਰੇਜ਼ਾਂ ਦਾ ਰਾਜ ਸੂਰਜ ਨਹੀਂ ਸੀ ਛਿਪਦਾ, ਤੇ ਸੂਰਜ ਕਦ ਡੁੱਬ ਗਿਆ ਤੇ ਉਸ ਤੋਂ ਬਾਅਦ ਸਭ ਦੇ ਸਾਹਮਣੇ ਹੈ। ਤੇ ਇਸੇ ਤਰ੍ਹਾਂ ਕਾਂਗਰਸ ਦਾ ਕਹਿੰਦੇ ਸੀ ਪ੍ਰਸ਼ਾਂਤ ਕਿਸ਼ੋਰ ਵਰਗੇ ਇੱਕ ਜ਼ਮਾਨੇ ਤੱਕ ਉਹ ਸੀ। ਇਹ ਠੀਕ ਹੈ ਕਿ ਸਗੋਂ ਨੁਕਸ ਕਿੱਥੇ ਹੈ? ਨੁਕਸ ਇਹਦੋਂ ਉਲਟ ਦਿਸ਼ਾ ਦੇ ਵਿੱਚ ਹੈ ਕਿ ਜਿਹੜੀ ਕੰਪਰੋਮਾਈਜ਼ਿੰਗ ਸਥਿਤੀ ਦੇ ਵਿੱਚ ਕਾਂਗਰਸ ਆ ਗਈ ਜਾਂ ਸਾਡੀਆਂ ਬਾਕੀ ਪਾਰਟੀਆਂ ਆ ਗਈਆਂ, ਉਹਨੇ ਬੀਜੇਪੀ ਨੂੰ ਮਜ਼ਬੂਤ ਕੀਤਾ। ਉਹ ਕਿਵੇਂ ਕੀਤਾ? ਕਿਉਂਕਿ ਸੌਫਟ ਹਿੰਦੂਤਵ ਕਾਂਗਰਸ ਲੈ ਕੇ ਆਈ ਪਹਿਲਾਂ, ਔਰ ਸੌਫਟ ਹਿੰਦੂਤਵ ਦੇ ਨਾਂ 'ਤੇ ਹੀ ਜਿਹੜਾ ਮਤਲਬ ਸਿੱਖਾਂ ਦੇ ਖਿਲਾਫ ਜੋ ਕਾਂਗਰਸ ਨੇ ਸਟੈਂਡ ਲਿਆ, ਤੇ ਰਾਜੀਵ ਗਾਂਧੀ ਇੰਨੀਆਂ ਵੋਟਾਂ ਲੈ ਜਾਂਦਾ ਹੈ, ਉਦੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਹ ਹਿੰਦੂ ਵੋਟਾਂ ਦੀ ਕੰਸੋਲੀਡੇਸ਼ਨ ਹੀ ਹੈ ਨਾ। ਉਸੇ ਨੂੰ ਬੀਜੇਪੀ ਨੇ ਕੱਪੜੇ ਲਾ ਕੇ ਨੰਗੇ ਚਿੱਟੇ ਰੂਪ 'ਚ ਸਾਹਮਣੇ ਕਰਤਾ, ਤੇ ਤੁਹਾਡਾ ਸੌਫਟ ਹਿੰਦੂਤਵ ਜਿਹੜਾ ਹੈ ਉਗਰ ਹਿੰਦੂਤਵ 'ਚ ਬਦਲ ਗਿਆ। ਉਹਦੇ ਆਸਰੇ ਤੁਸੀਂ ਇਹ ਕਹਿ ਰਹੇ ਹੋ ਤੇ ਕਿ ਉਹ ਸੱਤਾ ਦੇ ਵਿੱਚ ਉਸ ਤਰੀਕੇ ਨਾਲ ਰਹੂ। ਤਾਂ ਬੀਜੇਪੀ ਦਾ ਜਿਹੜਾ ਹਿੰਦੂਤਵ ਦਾ ਏਜੰਡਾ ਹੈ, ਚਾਹੀਦਾ ਤਾਂ ਇਹ ਸੀ ਕਿ ਜੇ ਕੋਈ ਧਿਰਾਂ ਸੈਕੂਲਰ ਕਹਿੰਦੀਆਂ ਨੇ ਕਿ ਅਸੀਂ ਧਰਮ ਨਿਰਪੱਖ, ਐਡਾ ਵੱਡਾ ਦੇਸ਼ ਕਿਸੇ ਇੱਕ ਧਰਮ ਰਾਹੀਂ, ਇੱਕ ਬੋਲੀ ਰਾਹੀਂ, ਇੱਕ ਤਰੀਕੇ ਨਾਲ ਨਹੀਂ ਹੱਕਿਆ ਜਾ ਸਕਦਾ, ਉਹਦੇ 'ਚ ਡਾਇਵਰਸਿਟੀ ਚਾਹੀਦੀ ਹੈ ਤੇ ਅਸੀਂ ਉਹੀ ਜਿਹੀ ਪੋਲਿਟਿਕਸ ਕਰਾਂਗੇ। ਪਰ ਹੋਇਆ ਇਹਦੋਂ ਉਲਟ। ਹੋਇਆ ਇਹ ਕਿ ਰਾਹੁਲ ਗਾਂਧੀ ਵੀ ਪਹਿਲੀਆਂ ਚੋਣਾਂ 'ਚ ਪਿਛਲੇ ਵਾਰ ਮੰਦਰ ਜਨੇਊ ਪਾ ਕੇ ਪੂਜਾ ਕਰਦਾ ਦਿਖਾਈ ਦਿੱਤਾ। ਬਾਕੀ ਦੀਆਂ ਖੇਤਰੀ ਪਾਰਟੀਆਂ ਵੀ ਝਿਜਕਣ ਲੱਗ ਗਈਆਂ ਕਿਸੇ ਵੀ, ਜਿਵੇਂ ਕੇਜਰੀਵਾਲ ਵੀ ਜੇਕਰ ਦਿੱਲੀ 'ਚ ਲੜਦਾ ਹੈ ਤਾਂ ਕੱਲਾ ਬੰਦਾ ਉਹਦਾ ਵੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਚੋਣ ਪ੍ਰਚਾਰ 'ਚ ਨਿਕਲਦਾ ਸੀ। ਕਿਹੜੀ ਪਾਰਟੀ ਸੀ ਜਿਹੜੀ ਆਈਡੀਓਲੋਜੀਕਲ ਬੀਜੇਪੀ ਦੇ ਖਿਲਾਫ ਖੜੀ ਹੋਵੇ? ਉਹਦੇ ਕਰਕੇ ਸਾਡੀਆਂ ਇੱਕ ਤਾਂ ਇਹ ਹੋ ਗਿਆ ਕਿ ਬੀਜੇਪੀ ਦੇ ਸਾਹਮਣੇ, ਹਿੰਦੂਤਵ ਦੇ ਏਜੰਡੇ ਦੇ ਸਾਹਮਣੇ ਸਰੈਂਡਰ ਹੋਈਆਂ। ਦੂਜਾ ਇਹ ਹੋਇਆ ਕਿ ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਜਿਹੜਾ ਮਨਮੋਹਨ ਸਿੰਘ ਵੇਲੇ ਵੀ ਸ਼ੁਰੂ ਸੀ, ਉਹਨੂੰ ਬੀਜੇਪੀ ਨੇ ਅਪਣਾ ਲਿਆ। ਜਿਹੜੀਆਂ ਖੇਤਰੀ ਪਾਰਟੀਆਂ ਲੜਦੀਆਂ ਸੀ ਆਪੋ ਆਪਣੇ ਸਟੇਟਾਂ ਲਈ, ਆਪੋ ਆਪਣੇ ਸੱਭਿਆਚਾਰ ਲਈ, ਆਪੋ ਆਪਣੀ ਪਛਾਣ ਲਈ, ਜਿਵੇਂ ਅਕਾਲੀ ਦਲ, ਉਹਨੇ 96 'ਚ ਸਰੈਂਡਰ ਕਰਤਾ ਬੀਜੇਪੀ ਦੇ ਸਾਹਮਣੇ, ਕਹਿੰਦੇ ਅਨਕੰਡੀਸ਼ਨਲ ਸਪੋਰਟ ਹੈ। ਤੇ ਜਿਹੜੀਆਂ ਤਾਮਿਲਨਾਡੂ 'ਚ DMK, ਬਾਕੀ ਜਗ੍ਹਾ ਕਿਸੇ ਨੇ ਕਾਂਗਰਸ ਸਾਹਮਣੇ, ਕਿਸੇ ਨੇ ਬੀਜੇਪੀ ਸਾਹਮਣੇ, ਉਹਦੇ ਕਰਕੇ ਬੀਜੇਪੀ ਸਟਰੈਂਥਨ 'ਚ ਹੈ। ਜੇ ਹੁਣ ਕੋਈ ਪਾਰਟੀ ਜੇਕਰ ਕਾਂਗਰਸ ਇਹ ਕਹੇ, ਜੇਕਰ ਜਿਵੇਂ ਥੋੜ੍ਹਾ ਬਹੁਤ ਰਾਹੁਲ ਗਾਂਧੀ ਜਿੱਧਰ ਨੂੰ ਜਾ ਰਿਹਾ, ਜੇ ਉਹ 'ਤੇ ਸਟੈਂਡ ਕਰੇ ਕਿ ਬੀਜੇਪੀ ਦੇ ਅਸੀਂ ਇਸ ਵਿਚਾਰਧਾਰਾ ਦੇ ਖਿਲਾਫ ਵੀ ਖੜਾਂਗੇ ਹਿੰਦੂਤਵ ਦੀ,
ਤਾਂ ਪ੍ਰਸ਼ਾਂਤ ਕਿਸ਼ੋਰ ਆਪਣੇ ਮੈਟ੍ਰਿਕਸ 'ਤੇ ਕਹਿੰਦਾ ਵੀ ਤੁਸੀਂ ਉਹੀ ਕੰਮ ਕਰਦੇ ਰਹੋ, ਹਿੰਦੂ ਦਾ ਹੀ ਵੋਟ ਲੈਂਦੇ ਰਹੋ, ਤਾਂ ਦੇਸ਼ ਨੂੰ ਕੀ ਫਾਇਦਾ ਹੋਣਾ, ਕੀ ਨੁਕਸਾਨ ਹੋਣਾ। ਔਰ ਇਹਦੇ 'ਚੋਂ ਜੇ ਅਲੱਗ ਕੱਢਣਾ ਹੈ ਤਾਂ ਜਿਹੜੀ ਇੱਕ ਗੱਲ ਮਮਤਾ ਬੈਨਰਜੀ ਨੇ ਵੀ ਕਈ ਵਾਰ ਕਹੀ ਹੈ, ਬਾਕੀਆਂ ਨੇ ਵੀ ਕਹੀ ਹੈ, ਜਿਹੜੀ ਪੋਲਿਟਿਕਸ ਹੈ ਉਹ ਪੋਲਿਟਿਕਸ ਸੈਂਟਰਲਾਈਜੇਸ਼ਨ ਬਨਾਮ ਫੈਡਰਲਿਜ਼ਮ ਹੈ, ਤਾਂ ਕਿ ਉਹ ਸਾਰੀਆਂ ਪਾਰਟੀਆਂ, ਉਹ ਸਾਰੀਆਂ ਧਿਰਾਂ ਦੇਸ਼ ਦੇ ਵਿੱਚ ਜਿਹੜੀਆਂ ਇੱਕੋ ਜਿਹੇ ਰੰਗ ਦੇ ਵਿੱਚ ਨਹੀਂ ਰੰਗਣਾ ਚਾਹੁੰਦੀਆਂ ਤੇ ਡਾਇਵਰਸਿਟੀ ਚਾਹੁੰਦੀਆਂ ਨੇ, ਉਹ ਫੈਡਰਲਿਜ਼ਮ ਦੇ ਮੁੱਦੇ ਤੇ ਯੂਨਾਈਟਿਡ ਹੋਣ। ਫੈਡਰਲਿਜ਼ਮ ਦੇ ਮੁੱਦੇ ਤੇ ਮਮਤਾ ਬੈਨਰਜੀ ਸਟੇਟ ਦੇ ਤੌਰ ਤੇ ਖੜੀ ਹੈ, ਉਹ ਇਕੱਠੀਆਂ ਹੋਣ। ਪੰਜਾਬ ਦੇ ਵਿੱਚ ਰੀਜਨਲ ਗਰੁੱਪ ਜਿਹੜੇ ਵੀ ਨੇ ਜੇ ਫੈਡਰਲਿਜ਼ਮ ਦੇ ਨਾਂ ਤੇ ਇਕੱਠੇ ਹੋਣ। ਅਜੇ ਸਾਊਥ ਇੰਡੀਆ 'ਚ ਬਹੁਤ ਵੱਡਾ ਮਤਲਬ ਸਾਊਥ ਇੰਡੀਆ 'ਚ ਬੀਜੇਪੀ ਬਹੁਤੀ ਜਗ੍ਹਾ ਨਹੀਂ ਹੈ, ਕਰਨਾਟਕਾ ਨੂੰ ਛੱਡ ਕੇ। ਅਜੇ ਕੇਰਲ ਹੈ, ਅਜੇ ਤਾਮਿਲਨਾਡੂ ਹੈ, ਜਿਹੜੇ ਵੱਡੇ ਵੱਡੇ ਸਟੇਟ ਨੇ, ਈਵਨ ਆਂਧਰਾ ਪ੍ਰਦੇਸ਼ ਹੈ, ਤੇਲੰਗਾਨਾ ਹੈ, ਜਿੱਥੇ ਵੱਡੇ ਵੱਡੇ ਸਟੇਟਾਂ ਦੇ ਵਿੱਚ ਵੀ, ਈਵਨ ਮਹਾਰਾਸ਼ਟਰ ਦੇ ਵਿੱਚ ਵੀ ਹੁਣ ਉਹ ਨਹੀਂ ਹੈ, ਤੇ ਸ਼ਿਵ ਸੈਨਾ ਤੇ ਬਾਕੀ ਤਰ੍ਹਾਂ ਹੈਗੀਆਂ ਨੇ। ਮਮਤਾ ਬੈਨਰਜੀ ਗੋਆ ਦੇ ਵਿੱਚ ਹੁਣ ਚੋਣ ਲੜੀ ਹਾਂ, ਗੋਆ ਦੇ ਵਿੱਚ ਵੀ ਚੋਣ, ਮਤਲਬ ਜਿਹੜੇ ਸਾਰੇ ਗਰੁੱਪ ਨੇ ਰਲ ਕੇ ਜੇਕਰ ਉਹ ਸਟੈਂਡ ਕਰਨ ਤਾਂ ਕੋਈ ਕਾਰਨ ਨਹੀਂ ਹੈ ਕਿ ਬੀਜੇਪੀ ਨੂੰ ਕਾਊਂਟਰ ਨਹੀਂ ਕੀਤਾ। ਜਦੋਂ ਬੀਜੇਪੀ ਜਿੱਤਦੀ ਤਾਂ ਹੈ। ਇੱਕ ਫਾਰਮੂਲਾ ਜਿਹੜਾ ਉਦੋਂ ਕਾਂਗਰਸ ਵੇਲੇ ਲੋਕਾਂ ਨੇ ਪ੍ਰਚਾਰਤਾ ਸੀ, ਹੁਣ ਵੀ ਪ੍ਰਚਾਰਿਆ ਜਾ ਰਿਹਾ ਬੀਜੇਪੀ ਲਈ, ਉਹ ਹੈ ਕਿ ਦੇਅਰ ਇਜ਼ ਨੋ ਅਲਟਰਨੇਟਿਵ। ਉਹ ਹੀ ਕਹਿ ਰਹੇ ਨਾ, ਤੀਨਾ ਫੈਕਟਰ ਹੈ, ਪਰ ਅਲਟਰਨੇਟਿਵ ਕਿੱਥੋਂ ਬਣਨਾ? ਸਵਾਲ ਇਹ ਹੈ ਕਿ ਜਿਵੇਂ ਉਹ ਰਾਹੁਲ ਗਾਂਧੀ ਨੂੰ ਚਲਾਉਣਾ ਚਾਹੁੰਦਾ ਉਹਦੇ 'ਚੋਂ ਬਣਨਾ, ਉਹਦੇ ਗਣਿਤ ਦੇ ਇੱਧਰ ਉੱਧਰ ਕਰਨ ਦੇ ਵਿੱਚੋਂ, ਜਾਂ ਵਿਚਾਰਧਾਰਕ ਸਟੈਂਡ 'ਚੋਂ ਬਣਨਾ। ਮੈਨੂੰ ਲੱਗਦਾ ਇੱਕ ਚੋਣ ਜਾਂ ਦੋ ਚੋਣਾਂ ਵੱਡਾ ਨਹੀਂ ਫੈਸਲਾ ਕਰਦੀਆਂ ਹੁੰਦੀਆਂ ਲੋਕਾਂ ਦੀ ਜ਼ਿੰਦਗੀ ਦਾ। ਫੈਸਲਾ ਲੋਕਾਂ ਦੀ ਉਹ ਅਪਰੋਚ ਕਰਦੀ ਹੁੰਦੀ ਹੈ। ਜਿਵੇਂ ਕਿਸਾਨ ਅੰਦੋਲਨ ਹੈ, ਬੀਜੇਪੀ ਦੀ ਉਹ ਸਰਕਾਰ ਹੈ, ਹਰਿਆਣੇ ਦੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਕੋਈ ਲੀਡਰ ਵੜ ਸਕਦਾ ਕਿਸੇ ਪਿੰਡ 'ਚ? ਅੱਜ ਤੱਕ ਸਮਾਗਮ ਨਹੀਂ ਹੋ ਸਕਿਆ, 1 ਸਾਲ ਹੋ ਗਿਆ। ਪੱਛਮੀ ਯੂਪੀ 'ਚ ਨਹੀਂ ਵੜ ਸਕਦਾ, ਪੰਜਾਬ 'ਚ ਨਹੀਂ ਵੜ ਸਕਦਾ, ਤਾਂ ਸਰਕਾਰ ਤਾਂ ਕਾਊਂਟਰ ਹੋਊਗੀ ਨਾ। ਜਿਹੜਾ ਤੁਸੀਂ ਕਹਿੰਦੇ ਹੋ 30% ਵਾਲੇ ਦੀ ਚੱਲੂਗੀ, ਉੱਥੇ ਕਿੱਥੇ ਚੱਲ ਰਹੀ ਹੈ? ਇਸ ਲਈ ਜਦੋਂ ਜਨਤਕ ਪੱਧਰ ਤੇ ਇੰਨੀਆਂ ਪਾਰਟੀਆਂ ਇਕੱਠੀਆਂ ਹੋਣਗੀਆਂ, ਐਡੀ ਪੋਲਿਟਿਕਸ ਸਾਹਮਣੇ ਖੜੀ ਹੋਏਗੀ, ਤਾਂ ਚਾਹੇ ਉਹ ਚੁਣੀ ਵੀ ਜਾਏ ਪਰ ਉਹਦੀ ਜਿਹੜੀ ਅਥਾਰਟੀ ਖਤਮ ਹੋ ਜਾਏਗੀ। ਜਦੋਂ ਲੋਕਾਂ 'ਚ ਦਲੇਰੀ ਆ ਜਾਂਦੀ ਹੈ ਪ੍ਰਸ਼ਾਸਨ ਦੇ ਖਿਲਾਫ ਖੜਨ ਦੀ, ਪੋਲੀਟੀਸ਼ੀਅਨ ਦੇ ਖਿਲਾਫ ਖੜਨ ਦੀ, ਇਹ ਡੈਮੋਕ੍ਰੇਸੀ ਦਾ ਰੂਟ ਹੁੰਦਾ। ਅਸਲ ਦੇ ਵਿੱਚ ਜੜ ਇਹ ਹੁੰਦੀ ਹੈ, ਡੈਮੋਕ੍ਰੇਸੀ ਦਾ ਰੂਟ ਇਕੱਲਾ ਗੱਦੀ ਤੇ ਬੈਠਣਾ ਨਹੀਂ ਹੁੰਦਾ। ਜੇ ਗੱਦੀ ਤੇ ਕੋਈ ਸੁਣਦਾ ਹੀ ਨਹੀਂ ਕਿਸੇ ਨੂੰ ਤਾਂ ਕੀ ਕਰਨਾ, ਉਹ ਬੈਠਾ ਵੀ ਰਹੇ। ਇਸ ਕਰਕੇ ਜਨਤਕ ਮੂਵਮੈਂਟਾਂ, ਜਿਹੜਾ ਕਿਸਾਨ ਅੰਦੋਲਨ ਹੈ ਤੇ ਬਾਕੀ ਦੇ ਅੰਦੋਲਨ ਨੇ, ਪ੍ਰਸ਼ਾਂਤ ਕਿਸ਼ੋਰ ਦੇ ਜ਼ਿਹਨ 'ਚ ਇਹ ਅੰਦੋਲਨ ਨਹੀਂ ਆ ਸਕਦੇ। ਉਹ ਕੇਵਲ ਚੋਣ ਤੋਂ ਚੋਣ ਦਾ ਖਿਡਾਰੀ ਹੈ ਤੇ ਉਹਦੇ 'ਚ ਕੈਲਕੂਲੇਟ ਕਰਦਾ, ਹੋਰ ਕੁਛ ਨਹੀਂ। ਗੱਲ ਆਪਾਂ ਭਾਜਪਾ ਦੀ ਜਿਵੇਂ ਕਰ ਰਹੇ ਸੀ, ਕੱਲ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ। ਉਹਨਾਂ ਦੇ ਨਾਲ ਜਦੋਂ ਗੱਲ ਹੋਈ ਤਾਂ ਉਹ ਕਹਿੰਦੇ ਕਿ ਇੱਕ ਗੱਲ ਤਾਂ ਸਾਫ਼ ਹੈਗੀ ਹੈ, ਦੁਸ਼ਯੰਤ ਗੌਤਮ ਕਹਿ ਰਹੇ ਸੀਗੇ ਕਿ ਖੇਤੀ ਕਾਨੂੰਨ ਕਹਿੰਦੇ ਰੱਦ ਨਹੀਂ ਹੋਣਗੇ। ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਹੈਗੇ ਹਾਂ, ਅਸੀਂ ਮਸਲਾ ਹੱਲ ਕਰਨ ਲਈ ਤਿਆਰ ਹੈਗੇ ਹਾਂ, ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਦੂਸਰੇ ਪਾਸੇ ਭਾਜਪਾ ਦੇ ਲੀਡਰ ਹੈਗੇ ਨੇ ਮਾਸਟਰ ਮੋਹਨ ਲਾਲ, ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ 15 ਦਿਨਾਂ ਦੇ ਵਿੱਚ ਮਸਲਾ ਹੱਲ ਹੋਣ ਜਾ ਰਿਹਾ ਹੈਗਾ। ਹੁਣ ਭਾਜਪਾ ਦੇ ਲੀਡਰਾਂ ਦੇ ਹੀ ਆਪਣੇ ਆਪਣੇ ਵਿਚਾਰ, ਆਪਣੇ ਆਪਣੇ ਬਿਆਨ ਸਾਹਮਣੇ ਆ ਰਹੇ ਨੇ, ਤਾਂ ਕੀ ਵਾਕਈ ਲੱਗਦਾ ਹੈ ਕਿ ਮਸਲਾ ਹੱਲ ਹੋਣ ਜਾ ਰਿਹਾ ਹੈ ਜਾਂ ਫਿਰ ਅਜੇ ਸਿਰਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੈਸੇ ਤਾਂ ਇਹ ਹੈ ਕਿ ਜਿਹੜੇ ਭਾਜਪਾ ਦੇ ਲੀਡਰ ਆ ਕੇ ਗੱਪਸ਼ਪ ਮਾਰਦੇ ਨੇ, ਇਹਨਾਂ ਨੂੰ ਨਾ ਉੱਧਰਲਿਆਂ ਨੂੰ ਕੁਝ ਪਤਾ, ਨਾ ਦੂਜਿਆਂ ਨੂੰ ਪਤਾ, ਦੋਨਾਂ ਧਿਰਾਂ ਨੂੰ ਕੁਝ ਨਹੀਂ ਪਤਾ ਹੁੰਦਾ। ਬੀਜੇਪੀ 'ਚ ਨਾਰਮਲੀ ਇਹ ਕਿਹਾ ਜਾਂਦਾ, ਜਿਵੇਂ ਰਕੇਸ਼ ਕਹਿਤ ਇੱਕ ਠੀਕ ਕੰਬੀਨੇਸ਼ਨ ਇਹ ਕਰਦਾ ਕਿ ਬੀਜੇਪੀ ਦੀ ਗੌਰਮੈਂਟ ਹੀ ਨਹੀਂ, ਇਹ ਮੋਦੀ ਤੇ ਸ਼ਾਹ ਦੀ ਗੌਰਮੈਂਟ ਹੈ। ਮਤਲਬ ਕਾਰਪੋਰੇਟ ਸਪੋਰਟਰ, ਕਾਰਪੋਰੇਟ ਜਿਵੇਂ ਕਹਿੰਦਾ ਉਵੇਂ ਹੁੰਦਾ। ਤੇ ਕੱਲ ਰਾਜੇਵਾਲ ਉਹਨਾਂ ਨੇ ਵੀ ਇੱਥੇ ਪੰਜਾਬੀ ਯੂਨੀਵਰਸਿਟੀ 'ਚ ਜਿਹੜਾ ਸੈਮੀਨਾਰ ਸੀ, ਉੱਥੇ ਇਹ ਗੱਲ ਕਹੀ ਹੈ ਕਿ ਦੋ ਹੀ ਬੰਦੇ ਨੇ ਜਿਹੜੇ ਜੇ ਚਾਹਣਗੇ ਤਾਂ ਹੋ ਜਾਊਗਾ ਤੇ ਨਹੀਂ ਤਾਂ ਹੋਏਗਾ ਨਹੀਂ ਹੈ। ਇਹਨਾਂ ਨਾਲ ਤਾਂ ਸਲਾਹ ਵੀ ਨਹੀਂ ਕੋਈ ਕਰਦਾ, ਇਹਨਾਂ ਨੂੰ ਤਾਂ ਕੱਲਾ ਉਹ ਲੈਕਚਰ ਦੇਣ ਆਉਂਦੇ ਨੇ, ਕਦੇ ਕਿਸੇ ਨੂੰ ਬੁਲਾ ਕੇ ਪੁੱਛਿਆ ਜਾਂਦਾ ਕੋਈ ਗੱਲ ਹੁੰਦੀ ਹੈ। ਉਹ ਤਾਂ ਜਿੰਨਾ ਕਿ ਜਿਹਨੂੰ ਠੀਕ ਲੱਗਦਾ ਆਪਦੇ ਤਰੀਕੇ ਨਾਲ ਗੱਲਾਂ ਬਾਤਾਂ ਕਰਦੇ ਨੇ, ਉਸ ਤਰੀਕੇ ਦੀ ਗੱਲ ਕਰਦੇ ਨੇ। ਔਰ ਪਰ ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਕਹਿੰਦੇ ਨੇ ਕਿ ਪ੍ਰਭਾਵ ਨਹੀਂ, ਇਹ ਵਾਪਸ ਨਹੀਂ ਹੋਣਗੇ, ਉਹ ਤਾਂ ਤੋਤਾ ਰਾਟੀ ਹੈ ਨਾ, ਜਿਵੇਂ ਪਹਿਲਾਂ ਕਿਹਾ ਉਹਨਾਂ ਨੇ ਤੇ ਉਹੀ ਤੁਸੀਂ ਅੱਗੇ ਕਹੀ ਜਾ ਰਹੇ ਹੋ ਜਿਹੜੇ ਮਰਜ਼ੀ। ਤੇ ਜੇਕਰ ਇਹ ਮਾਹੌਲ ਬਣ ਰਿਹਾ ਬੀਜੇਪੀ ਦੇ ਅੰਦਰੋਂ ਵੀ, ਕਾਫੀ ਲੀਡਰ ਬੋਲਣ ਲੱਗੇ ਨੇ, ਬਹੁਤੇ ਚਾਹੇ ਨਹੀਂ ਮਤਲਬ ਅਜੇ, ਪਰ 2 4 5 ਦਾ ਵੀ ਇਹੋ ਜਿਹੀ ਡਿਸਪਲਿਨ ਪਾਰਟੀ 'ਚੋਂ, ਔਰ ਇਹੋ ਜਿਹੇ ਡਿਸਪਲਿਨ ਦੇ ਨਾਲ ਨਾਲ ਜਿਹਦਾ ਫਿਊਚਰ ਵੀ ਖਰਾਬ ਕਰ ਸਕਦੀ ਹੈ ਪਾਰਟੀ, ਜਿਹਨੂੰ ਟਿਕਟ ਵੀ ਨਾ ਦੇਵੇ, ਜੇ ਉਹਦੇ 'ਚ ਵੀ ਬੰਦੇ ਬੋਲਣ ਲੱਗੇ ਨੇ ਤਾਂ ਅੰਦਰ ਬਹੁਤ ਵੱਡੀ ਖਲਬਲੀ ਹੋਏਗੀ। ਇਹ ਮੰਨ ਲੈਣਾ ਚਾਹੀਦਾ ਕਿ ਅੰਦਰੋਂ ਨਾਰਾਜ਼ਗੀ ਬਹੁਤ ਆ, ਡਰਦੇ ਨਹੀਂ ਬੋਲਦੇ ਮੋਦੀ ਦੇ ਔਰੇ ਦੇ ਕਰਕੇ। ਤੇ ਜੇ ਨਹੀਂ ਬੋਲਦੇ ਤਾਂ ਜਿਹੜੀਆਂ 22 ਦੀਆਂ ਚੋਣਾਂ ਨੇ, ਜੇ ਇਦੋਂ ਬਾਅਦ ਪਹਿਲਾਂ ਨਾ ਕੀਤਾ, ਉਹਦੇ 'ਚ ਕਿਸ ਰੂਪ ਦੇ ਵਿੱਚ ਅੰਦੋਲਨ ਚੱਲਦਾ ਹੈ ਜਾਂ ਅੱਗੇ ਕਿੰਨਾ ਚਿਰ ਅੰਦੋਲਨ ਦਾ ਕੀ ਅਸਰ ਰਹਿੰਦਾ ਹੈ। ਅੰਦੋਲਨ ਨੇ ਇੱਕ ਕੰਮ ਤਾਂ ਕਰ ਹੀ ਦਿੱਤਾ ਹੈ ਕਿ ਇਹਨਾਂ ਕਾਫੀ ਥਾਵਾਂ ਦੇ ਉੱਤੇ ਇੱਕ ਨਵੀਂ ਲੀਡਰਸ਼ਿਪ ਪੈਦਾ ਕੀਤੀ ਹੈ। ਪਿੰਡ ਪਿੰਡ ਲੀਡਰ ਹੈ ਹੁਣ, ਔਰ ਜਿਹੜੇ ਬੰਦੇ ਇੰਨੀ ਜਗ੍ਹਾ ਤੇ 130 ਜਗ੍ਹਾ ਪੰਜਾਬ ਦੇ ਵਿੱਚ ਬੈਠੇ ਨੇ, ਬਾਕੀ ਜਗ੍ਹਾ ਲਗਾਤਾਰ ਨੇ, ਕੋਈ ਬੰਦਾ ਉਹਨਾਂ ਨੂੰ ਇਕੱਠੇ ਕਰਦਾ ਰੋਜ਼, ਉਹਨਾਂ ਦੀਆਂ ਡਿਊਟੀਆਂ ਲਾਉਂਦਾ, ਕਿਹਨੇ ਕਦੋਂ ਆਉਣਾ, ਕਿਹਨੇ ਕਦੋਂ ਆਉਣਾ, ਕਿਸ ਤਰੀਕੇ ਦਾ, ਆਟੋਮੈਟਿਕਲੀ ਉਹ ਮੈਨੇਜਰ ਬਣ ਗਏ ਤੇ ਲੀਡਰ ਬਣ ਗਏ।
ਤੇ ਜਿਹੜੀ ਇੰਨੀ ਲੀਡਰ ਜਦੋਂ ਪੈਦਾ ਹੁੰਦੇ ਨੇ ਤਾਂ ਉਹਨੇ ਲੀਡਰ ਪੈਦਾ ਹੋ ਜਾਣਗੇ ਦੇਸ਼ ਦੇ ਵਿੱਚ। ਤਾਂ ਜਿਵੇਂ ਕਿਹਾ ਜਾਂਦਾ ਕਿ ਇੱਕ ਲੜਾਈ ਜੇਕਰ ਹਾਰਦਾ, ਜੇ ਗਦਰ ਮੂਵਮੈਂਟ ਹਾਰ ਗਈ ਇਹਦਾ ਮਤਲਬ ਇਹ ਨਹੀਂ ਆਜ਼ਾਦੀ ਦੀ ਲੜਾਈ ਹਾਰ ਗਈ, ਉਹ ਹਾਰੀ ਨਹੀਂ ਹੁੰਦੀ, ਉਹ ਕੰਟੀਨਿਊਟੀ 'ਚ ਫਾਰ ਦੀ ਟਾਈਮਿੰਗ ਆਪਦਾ ਕੰਮ ਕਰਦੀ ਰਹਿੰਦੀ ਹੈ, ਉਹਨਾਂ ਪ੍ਰਭਾਵ ਦਿਖਾਈ ਨਹੀਂ ਦਿੰਦਾ। ਕਈ ਵਾਰ ਜਦੋਂ ਲੋਕ ਮੱਥ ਲੈਣ ਤਾਂ ਵੱਡੇ ਵੱਡੇ ਸਿਸਟਮ, ਵੱਡੇ ਵੱਡੇ ਸ਼ਾਸਨ ਜਿਹੜੇ ਉਜੜ ਜਾਂਦੇ ਨੇ, ਕੋਈ ਨਹੀਂ ਪੁੱਛਦਾ ਉਸ ਮਾਮਲੇ ਦੇ ਵਿੱਚ। ਇਸ ਕਰਕੇ ਜੇ ਬੀਜੇਪੀ ਨੇ ਹੁਣ ਇਸ ਅੰਦੋਲਨ ਦੇ ਨਾਲ ਗੱਲ ਕਰਕੇ ਅੰਦੋਲਨ ਦੇ ਨਾਲ ਕੋਈ ਸਹਿਮਤੀ ਨਾ ਪ੍ਰਗਟ ਕੀਤੀ ਤਾਂ ਇਹ ਤਾਂ ਵੋਟਾਂ ਰਾਹੀਂ ਦਾ ਰਾਜਦਾਨ ਦੀ ਇੱਕ ਗੱਲ ਹੈ। ਤੇ ਲੋਕ ਉਦੋਂ ਵੱਡੇ ਅੰਦੋਲਨ ਬਿਨਾਂ ਵੋਟਾਂ ਵਾਲੇ ਵੀ ਬਥੇਰੇ ਉਲਟਾਏ ਨੇ ਜਿਹੜੇ ਵੋਟਾਂ ਤੋਂ ਬਿਨਾਂ ਸੀ। ਤੇ ਗੱਲ ਤਾਂ ਉਹਨਾਂ ਨੂੰ ਕਰਨੀ ਓ ਪੈਣੀ ਹੈ, ਨਹੀਂ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਜੋ ਬਦਨਾਮੀ ਸਾਡੀ ਹੋ ਰਹੀ ਹੈ, ਦੇਸ਼ ਦਾ ਦੂਜੀ ਪਿਕਚਰ ਵੀ ਨਾਲ ਦੇਖਣੀ ਚਾਹੀਦੀ ਹੈ। ਜਿੰਨੀਆਂ ਰਿਪੋਰਟਾਂ ਆ ਰਹੀਆਂ ਨੇ, ਜਿੰਨੀ ਬੇਰੁਜ਼ਗਾਰੀ ਇੱਥੇ ਫੈਲ ਗਈ, ਜਿੰਨੀ ਭੁੱਖਮਰੀ, 101ਵੇਂ ਨੰਬਰ ਤੇ ਅਸੀਂ ਆ ਗਏ ਹਾਂ, ਲੋਕਾਂ ਦੇ ਕਾਰੋਬਾਰ ਠੱਪ ਹੋ ਰਹੇ ਨੇ, ਤਾਂ ਇੱਥੇ ਬਦਅਮਨੀ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਕਿੰਨਾ ਚਿਰ ਇੱਕ ਧਾਰਮਿਕ ਚਿੰਗ ਜਿਹੜੀ ਹੈ ਤੁਹਾਨੂੰ ਕਾਇਮ ਰੱਖ ਲੂਗੀ ਜਦੋਂ ਘਰ ਰੋਟੀ ਨਹੀਂ ਪੱਕੀ। ਜਿਸ ਢੰਗ ਦੀ ਮਹਿੰਗਾਈ ਹੋ ਰਹੀ ਹੈ ਪੈਟਰੋਲ ਡੀਜ਼ਲ ਦੇ ਰਾਹੀਂ ਹੁਣ, ਔਰ ਜਿਹੜੀਆਂ ਰਿਪੋਰਟਾਂ ਫੀਲਡ 'ਚ ਜਾ ਕੇ ਅੱਜ ਕੱਲ੍ਹ ਘਟ ਗਈਆਂ ਹੋਣੀਆਂ, ਲੋਕ ਕਰਦੇ ਨੇ, ਉਹ ਕਹਿੰਦੇ ਨੇ ਵੀ ਘਿਓ ਦੇ ਤੇਲ ਦੇ ਤੜਕੇ ਦੀ ਬਜਾਏ ਹੁਣ ਪਾਣੀ ਦਾ ਤੜਕਾ ਹੀ ਚੱਲਣ ਲੱਗ ਗਿਆ, ਜਾਂ ਕਿਤੇ 4 ਚਮਚੇ ਪਾਉਂਦੇ ਸੀ 1 ਚਮਚੇ ਤੇ ਆ ਗਏ ਆ। ਉਹ ਜਿਹੜੀ ਲੋਕਾਂ ਦੀ ਜ਼ਿੰਦਗੀ ਮੌਤ ਦੇ ਮੁੱਦੇ ਨੇ, ਉਹਨਾਂ ਮੁੱਦਿਆਂ ਨੂੰ ਕਿੰਨਾ ਚਿਰ ਨਜ਼ਰਅੰਦਾਜ਼ ਕੀਤਾ ਜਾ ਸਕਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਅਸਰ ਕਈ ਵਾਰ ਇਮੀਡੀਏਟ ਨਹੀਂ ਦਿਖਾਈ ਹੁੰਦਾ। ਜਦੋਂ ਇਕੱਲੇ ਪੋਲੀਟੀਕਲ ਡਿਬੇਟ ਹੋ ਰਹੀ ਹੁੰਦੀ ਹੈ ਤਾਂ ਜਿਹੜੇ ਬਾਕੀ ਦੇ ਫੈਕਟਰ ਕੰਮ ਕਰ ਰਹੇ ਹੁੰਦੇ ਨੇ ਕਿਸੇ ਚੀਜ਼ ਨੂੰ ਮਜ਼ਬੂਤ ਜਾਂ ਕਮਜ਼ੋਰ ਕਰਨ ਦੇ ਵਿੱਚ, ਉਹ ਬੰਦਿਆਂ ਨੂੰ ਦਿਖਾਈ ਨਹੀਂ ਦਿੰਦੇ। ਜੇ ਉਹ ਬੰਦਿਆਂ ਨੂੰ ਦਿਖਾਈ ਦੇਣ ਲੱਗ ਜਾਣ ਤਾਂ ਉਹ ਸਾਰੇ ਹੀ ਫਿਲਾਸਫਰ ਬਣ ਜਾਣ, ਤਾਂ ਸਾਰੇ ਸਿਆਣੇ ਬਣ ਜਾਣ। ਰਾਜਨੀਤੀ 'ਚ ਤਾਂ ਕਰਿੰਦੇ ਦੇ ਤੌਰ ਤੇ ਬੰਦਾ ਆ ਰਿਹਾ। ਔਰ ਜਿਸ ਤਰੀਕੇ ਦੇ ਨਾਲ ਹਮੀਤ ਸਿੰਘ ਜੀ ਅੱਜ ਤਸਵੀਰਾਂ ਦੇਖਣ ਨੂੰ ਮਿਲੀਆਂ ਕਿ ਟਿਕਰੀ ਬਾਰਡਰ ਦੇ ਉੱਤੇ, ਗਾਜ਼ੀਪੁਰ ਬਾਰਡਰ ਦੇ ਉੱਤੇ, ਹਾਲਾਂਕਿ ਗਾਜ਼ੀਪੁਰ ਤੇ ਤਾਂ ਪਹਿਲਾਂ ਹੀ ਰਕੇਸ਼ ਟਿਕੈਤ ਉਹਨਾਂ ਨੇ ਉਹ ਪਾਸਾ ਸਾਰਾ ਸਾਫ਼ ਕਰ ਦਿੱਤਾ ਸੀ, ਕਲੀਅਰ ਕਰ ਦਿੱਤਾ ਸੀ। ਅੱਜ ਪੁਲਿਸ ਦੇ ਵੱਲੋਂ ਵੀ ਉਹ ਵੱਡੇ ਵੱਡੇ ਜੋ ਬੈਰੀਕੇਡ ਲਾਏ ਹੋਏ ਸੀ, ਇੱਦਾਂ ਜਾਪਦਾ ਸੀ ਕਿ ਇਹ ਪਾਕਿਸਤਾਨ ਜਾਂ ਭਾਰਤ ਦੀ ਸਰਹੱਦ ਹੈਗੀ ਹੈ। ਅੱਜ ਉਹ ਵੀ ਬੈਰੀਕੇਡ ਉਹਨਾਂ ਦੇ ਵੱਲੋਂ ਖਾਲੀ ਕਰ ਦਿੱਤੇ ਗਏ ਨੇ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਜੋ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਰਸਤੇ ਜਿਹੜੇ ਆ ਉਹ ਬਲੌਕ ਨਹੀਂ ਕਰਦੇ ਹੈਗੇ, ਉਹ ਗਲਤ ਹੈਗਾ। ਤਾਂ ਹੁਣ ਇਹ ਵੀ ਲੋਕ ਸਵਾਲ ਖੜਾ ਕਰ ਰਹੇ ਨੇ, ਜਾਂ ਮਨਾਂ ਦੇ ਵਿੱਚ ਉਹਨਾਂ ਦੇ ਸਵਾਲ ਖੜਾ ਹੋ ਰਿਹਾ ਕਿ ਇਹ ਅੰਦੋਲਨ ਦੇ ਹੱਲ ਹੋਣ ਵਾਲੇ ਪਾਸੇ ਨੂੰ ਰਾਹ ਜਾ ਰਿਹਾ ਹੈ। ਨਹੀਂ, ਇੱਕ ਤਾਂ ਸੁਪਰੀਮ ਕੋਰਟ ਦੀ ਗੱਲ ਹੈ। ਸੁਪਰੀਮ ਕੋਰਟ ਦੇ ਵਿੱਚ ਜੇਕਰ ਕੋਈ ਗਲਤ ਫੈਕਚੁਅਲ ਸਿਚੁਏਸ਼ਨ ਰੱਖ ਰਹੇ ਹੈ ਤਾਂ ਦੂਜੀ ਧਿਰ ਵੱਲੋਂ ਜਦੋਂ ਇਹ ਰੱਖਿਆ ਜਾ ਰਿਹਾ ਵੀ ਤੁਸੀਂ ਕਮੇਟੀ ਬਣਾ ਦਿਓ, ਆਪ ਜਾ ਕੇ ਤਾਂ ਦੇਖੋ। ਕਿਸੇ ਦੀ ਕਹੀ ਕਹਾਈ ਗੱਲ ਤੇ ਜੇ ਯਕੀਨ ਕਰਕੇ ਕੋਈ ਫੈਸਲਾ ਦਿੰਦੇ ਹੋ, ਜੱਜਮੈਂਟ ਦਿੰਦੇ ਹੋ, ਤਾਂ ਉਹਦਾ ਕੋਈ ਮਤਲਬ ਨਹੀਂ। ਜਿਵੇਂ ਸ਼ਾਹੀਨ ਬਾਗ ਦਾ ਹੋਇਆ ਸੀ, ਲਗਭਗ ਉਹ ਵੀ ਕਿੰਨਾ ਲੰਮਾ ਸੀ, 101 ਦਿਨ ਚੱਲਿਆ ਅੰਦੋਲਨ ਸੀ, ਔਰ ਉਹ ਪੀਸਫੁਲ ਬੈਠੇ ਸੀ। ਉੱਥੇ ਵੀ ਇਹ ਕਹਿੰਦੇ ਸੜਕ ਰੋਕੀ ਆ ਫਲਾਨਾ, ਤੇ ਉੱਥੇ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ। ਕਮੇਟੀ ਜਾ ਕੇ ਉਹਨਾਂ ਨਾਲ ਵੀ ਗੱਲ ਕਰਦੀ ਰਹੀ, ਗੱਲਬਾਤ। ਉਹ ਕਹਿੰਦੇ ਵਿਹਲਾ ਪਿਆ, ਤੁਸੀਂ ਦੱਸੋ ਕਿਹਨੇ, ਅੱਧਾ ਯੂਪੀ ਦੇ ਉੱਧਰੋਂ ਰੋਕਿਆ ਹੋਇਆ, ਅੱਧਾ ਇੱਧਰੋਂ ਰੋਕਿਆ ਹੋਇਆ। ਉਸ ਕਮੇਟੀ ਨੇ ਕੀ ਰਿਪੋਰਟ ਦਿੱਤੀ ਕੀ ਨਹੀਂ, ਉਹ ਸਾਹਮਣੇ ਨਹੀਂ ਆਈ ਅਸਲ ਦੇ ਵਿੱਚ, ਕਿਉਂਕਿ ਇਹਨਾਂ ਨੇ ਕਰੋਨਾ ਦੀ ਆੜ 'ਚ ਮੋਰਚਾ ਹੀ ਚੁਕਾਤਾ, ਬੰਦੇ ਉਹ ਥੋੜੇ ਰਹੇ। ਇਹ ਮੋਰਚਾ ਤਾਂ ਕਰੋਨਾ 'ਚ ਵੀ ਅੜਿਆ ਰਿਹਾ ਤੇ ਇਹ ਨਹੀਂ ਚੱਕਿਆ ਗਿਆ। ਹੁਣ ਇਹ ਸਭ ਨੂੰ ਦੀਦਾ ਸੀ, ਜੇ ਇਸ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਸੁਣਵਾਈ ਵੀ ਕਰੂਗੀ, ਉਹ ਜਿਹੜੇ ਕਿੱਲਾਂ ਗੱਡੀਆਂ ਹੋਈਆਂ ਨੇ, ਖੰਦਕਾਂ ਲਾਈਆਂ ਹੋਈਆਂ ਨੇ, ਟਰੱਕਾਂ ਦੇ ਟਰਾਲਿਆਂ ਦੇ ਜਿਹੜੇ ਵੱਡੇ ਵੱਡੇ ਉਹ ਪਿੱਛੇ ਖੜੇ ਕੀਤੇ ਹੋਏ ਨੇ, ਉਹ ਕਿਸਾਨਾਂ ਨੇ ਕੀਤੇ ਨੇ। ਕਿਸਾਨ ਤਾਂ ਉਹ ਤੋੜ ਗਏ ਨੇ ਦਿੱਲੀ ਵੱਲ, ਕਿ ਉਹ ਤਾਂ ਸੰਭੂ ਤੋਂ ਲੈ ਕੇ ਖੜੇ ਕੀਤੇ ਹੋਏ ਸੀ, ਤੇ ਉਧਰ ਖਨੌਰੀ ਬਾਰਡਰ ਤੋਂ ਲੈ ਕੇ ਤੇ ਉਧਰ ਡੱਬ ਵਾਲੀ ਤੋਂ। ਉੱਥੇ ਜਾ ਕੇ ਉਹਨਾਂ ਨੇ ਫੈਸਲਾ ਕਰ ਲਿਆ, ਚੱਲ ਇੱਥੇ ਬੈਠਦੇ ਹਾਂ, ਤੇ ਤੁਸੀਂ ਉੱਥੇ ਰਸਤਾ ਨਹੀਂ ਬਣਾ ਰਹੇ। ਔਰ ਕਿਸਾਨ ਤਾਂ ਅੱਗੇ ਜਾਣਾ ਚਾਹੁੰਦੇ ਸੀ, ਰਾਮਲੀਲਾ ਗਰਾਊਂਡ ਜਾਂ ਕਿਤੇ ਵੀ ਜਿੱਥੇ ਜੰਤਰ ਮੰਤਰ ਹੈ, ਤੇ ਉੱਥੇ ਨਹੀਂ। ਹੁਣ ਵੀ ਉਹਨਾਂ ਨੇ ਇਹੀ ਕਿਹਾ ਤੁਸੀਂ ਖੋਲ੍ਹ ਲਓ ਆਪਣਾ ਰਸਤਾ, ਸਾਨੂੰ ਤਾਂ ਕੋਈ ਗੱਲ ਨਹੀਂ, ਇੱਕ ਸਾਈਡ ਖੋਲ੍ਹੋ ਤੇ ਇੱਕ ਸਾਡੀ ਬੰਦ ਹੈਗੀ ਆ ਸਾਡੇ ਜਿੱਥੇ ਅਸੀਂ ਬੈਠੇ ਹੋਏ ਹਾਂ। ਤਾਂ ਮੈਨੂੰ ਲੱਗਦਾ ਆਪਣੀ ਚਮੜੀ ਬਚਾਉਣ ਲਈ ਸਰਕਾਰ ਨੇ ਤਾਂ ਉੱਥੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਿ ਹੁਣ ਅਸੀਂ ਖੋਲ੍ਹਤਾ ਹੈ ਜਾਂ ਬਾਕੀ ਚੀਜ਼ਾਂ ਕਰਦੀਆਂ ਨੇ। ਜਦੋਂ ਤੱਥਾਂ ਦੇ ਤੌਰ 'ਤੇ, ਅੰਕੜਿਆਂ ਦੇ ਤੌਰ 'ਤੇ ਉਹ ਹਾਰ ਗਈ, ਵਿਜ਼ੂਅਲ ਹੈ, ਸਾਰਾ ਕੁਝ ਸਾਹਮਣੇ ਹੈ। ਅਗਲੀ ਗੱਲ ਇਹ ਹੈ ਕਿ ਇਕੱਲਾ ਇੰਨਾ ਨਹੀਂ ਤਾਂ 2 ਦਿਨ, ਜੇ ਹੁਣੇ ਗੱਲ 2 ਦਿਨ 'ਚ ਨਿਬੜਨੀ ਹੁੰਦੀ ਤਾਂ ਉਹ ਤਾਂ ਚੱਕੇ ਬਾਅਦ 'ਚ ਵੀ ਜਾ ਸਕਦੇ ਨੇ। ਇਹ ਤਾਂ ਮੈਨੂੰ ਲੱਗਦਾ ਸੁਪਰੀਮ ਕੋਰਟ ਦਾ ਇੱਕ ਹੈਗਾ ਹੀ ਹੈ। ਪਰ ਨਾਲ ਦੀ ਨਾਲ ਇੱਕ ਇਹ ਮਾਹੌਲ ਇਹ ਵੀ ਹੈ ਕਿ ਯੂਪੀ ਦਾ ਜਿਹੜਾ ਪ੍ਰੈਸ਼ਰ ਹੈ ਬੀਜੇਪੀ 'ਤੇ, ਜਿਹੜਾ ਅੰਦਰਲਾ ਪ੍ਰੈਸ਼ਰ ਹੈ ਬੀਜੇਪੀ 'ਤੇ, ਇਹ ਕਾਫੀ ਮਾਅਨੇ ਰੱਖਦਾ ਹੈ। ਇਹ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਪ੍ਰੈਸ਼ਰ ਮਜਬੂਰ ਕਰੂਗਾ ਕਿ ਕਿਸਾਨਾਂ ਨਾਲ ਗੱਲਬਾਤ ਤੋਰੀ ਜਾਏ ਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਨਿਬੇੜੀ ਜਾਏ। ਤੇ ਜੇ ਬੀਜੇਪੀ ਉਹ ਵੀ ਪੋਲੀਟੀਕਲ ਰਿਸਕ ਇੱਕ ਅਜੇ ਵੀ ਉਹ ਕੰਮ ਕਰ ਰਹੀ ਹੈ, ਅਜੇ ਵੀ ਉਹ ਮੁਸਲਿਮ ਵਰਸਜ ਹਿੰਦੂ ਬਣਾਉਣਾ ਚਾਹ ਰਹੀ ਹੈ। ਹਰ ਰੋਜ਼ ਦੀਆਂ ਚੀਜ਼ਾਂ ਇਹ ਆ ਰਹੀਆਂ ਨੇ ਉਸ ਪੱਧਰ ਦੇ ਉੱਤੇ। ਜੇ ਤਾਂ ਉਹਨਾਂ ਦਾ ਕੰਮ ਉਹਦੇ ਨਾਲ ਹੀ ਚੱਲਦਾ ਹੋਇਆ ਕਿ ਬਣ ਗਿਆ, ਫਿਰ ਤਾਂ ਠੀਕ ਹੈ। ਜੇ ਕਿਸਾਨ ਅੰਦੋਲਨ ਵੀ ਆਪਣੇ ਪੈਰਲਲ ਚੀਜ਼ਾਂ ਦੱਬ ਕੇ ਲਿਜਾਂਦਾ ਰਿਹਾ ਕਿ ਅਸੀਂ ਟੁੱਟਣ ਨਹੀਂ ਦਿਆਂਗੇ, ਹੁਣ ਪਹਿਲਾਂ ਵਾਲਾ ਦੰਗਾ ਨਹੀਂ ਹੋਣ ਦਿਆਂਗੇ, ਅਸੀਂ ਮੁਸਲਿਮ ਹਿੰਦੂ ਇਕੱਠੇ ਰੱਖਾਂਗੇ, ਤਾਂ ਬੀਜੇਪੀ 'ਤੇ ਉਹ ਪ੍ਰੈਸ਼ਰ ਪਊਗਾ, ਤਾਂ ਬੀਜੇਪੀ ਨੂੰ ਗੱਲਬਾਤ ਕਰਕੇ ਮਾਮਲਾ ਨਿਬੇੜਨਾ ਪਏਗਾ।
ਔਰ ਇਸ ਦੇ ਨਾਲ ਆਪਾਂ ਗੱਲ ਕਿਸਾਨੀ ਅੰਦੋਲਨ ਦੀ ਕਰ ਹੀ ਰਹੇ ਹੈਗੇ ਹਾਂ ਔਰ ਸਿਆਸੀ ਪਾਰਟੀਆਂ ਦੀ ਕਰ ਰਹੇ ਹਾਂ। ਭਾਜਪਾ ਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਉਹਨਾਂ ਦੀ ਐਕਟਿਵਨੈਸ ਨਜ਼ਰ ਆ ਰਹੀ ਹੈ, ਕੈਂਪੇਨ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਹੈ ਉਹ ਸ਼ੁਰੂ ਕੀਤੀ ਗਈ ਹੈ ਔਰ ਉਸ ਦੇ ਨਾਲ ਕੱਲ ਅਰਵਿੰਦ ਕੇਜਰੀਵਾਲ ਉਹਨਾਂ ਦੀ ਫੇਰੀ ਨੂੰ ਕਿਵੇਂ ਵੇਖਦੇ ਹੋ, ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ 1 ਅਪ੍ਰੈਲ ਤੋਂ ਬਾਅਦ ਕੋਈ ਵੀ ਕਿਸਾਨ ਨੂੰ ਅਸੀਂ ਖੁਦਕੁਸ਼ੀ ਨਹੀਂ ਕਰਨ ਦੇਵਾਂਗੇ, ਕਿਸੇ ਦੀ ਖੁਦਕੁਸ਼ੀ ਨਹੀਂ ਹੋਊਗੀ ਔਰ ਜਿਹੜੀ ਫਸਲਾਂ ਦਾ ਮੁਆਵਜ਼ਾ ਹੋਊਗਾ ਉਹ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਦੇਵਾਂਗੇ। ਨਹੀਂ, ਮੈਨੂੰ ਨਹੀਂ ਪਤਾ ਕੇਜਰੀਵਾਲ ਕਿੱਚੋ ਕਹਿੰਦਾ ਸਾਰੇ ਫਰਾਡ ਵਾਅਦੇ ਨੇ ਤੇ ਫਰਾਡੂਲੈਂਟ ਚੀਜ਼ਾਂ ਨਾਲ ਜੋ ਮਰਜ਼ੀ ਕਿਸੇ ਨੂੰ ਕਹਿੰਦੇ ਰਹੋ। ਪਹਿਲਾਂ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਤੁਸੀਂ ਮਾਰਚ ਤੱਕ 17 ਤੱਕ ਖੜ ਜਾਓ, ਕੋਈ ਖੁਦਕੁਸ਼ੀ ਨਹੀਂ ਕਰੂਗਾ। 2017 ਦੇ ਵਿੱਚ ਸਭ ਦੇ ਮਸਲੇ ਹੱਲ ਤੇ ਘੱਟੋ ਘੱਟ ਤੁਹਾਨੂੰ ਕੋਈ ਗਰਾਊਂਡ ਦੀ ਗੱਲ ਕਰਨ ਦੀ ਲੋੜ ਹੁੰਦੀ ਹੈ। ਸਾਰੀ ਪਾਪੂਲਰ ਪੋਲਿਟਿਕਸ ਹੋ ਰਹੀ ਹੈ ਔਰ ਕੇਜਰੀਵਾਲ ਨੂੰ ਜੇਕਰ ਕੋਈ ਹੋਵੇ, ਮਤਲਬ ਉੱਥੇ ਹੀ ਜੇਕਰ ਕੇਜਰੀਵਾਲ ਪੱਤਰਕਾਰ ਕੇਜਰੀਵਾਲ ਨੂੰ ਇੱਕ ਸਵਾਲ ਦਾ ਜਵਾਬ ਦੇਣਾ ਚਾਹੀਦਾ। 2017 ਦੇ ਵਿੱਚ ਜਦੋਂ ਇਲੈਕਸ਼ਨ ਹੋ ਰਹੀ ਸੀ ਉਦੋਂ ਪਹਿਲਾਂ ਕੇਜਰੀਵਾਲ ਇੱਕ ਖੁਦਕਸ਼ੀ ਪੀੜਤ ਬੰਦੇ ਦੇ ਘਰ ਗਿਆ ਸੀ। ਉਹ ਮੁੰਡਾ ਸੀ 23 ਸਾਲਾ ਯਾਦਵਿੰਦਰ, ਉਹਦਾ ਫਾਦਰ ਨਿਰਮਲ ਸਿੰਘ ਸੀ ਜਿਹੜਾ ਕੈਂਸਰ ਦਾ ਮਰੀਜ਼ ਸੀ। ਸਿਰਸੀ ਵਾਲਾ ਪਿੰਡ ਹੈ ਬੁਢਲਾਡੇ 'ਚ, ਮਾਨਸਾ ਡਿਸਟ੍ਰਿਕਟ ਦੇ ਵਿੱਚ ਹੀ, ਜਿੱਥੇ ਕੇਜਰੀਵਾਲ ਗੱਲ ਕਰਨਾ ਚਾਹੁੰਦਾ। ਉਦੋਂ ਅਕਾਲੀ ਦਲ ਕੇਜਰੀਵਾਲ ਉਹਨੂੰ ਨਾ ਮਿਲਣ ਦੇ ਲਈ ਉਹਨਾਂ ਦੇ ਘਰ ਪੁਲਿਸ ਲਾਤੀ, ਕੇਜਰੀਵਾਲ ਨਾ ਮਿਲੇ। ਉਦੋਂ ਵੀ ਇਹ ਕਈ ਸੁਸਾਈਡ ਵਾਲਿਆਂ ਨੂੰ ਮਿਲਿਆ ਸੀ, ਪਰ ਇੰਨਾ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਘੱਟੋ ਘੱਟ ਇਹਨਾਂ ਪਰਿਵਾਰਾਂ ਦੀ ਸਿਲੈਕਸ਼ਨ ਕਰਕੇ ਇਹਨਾਂ ਨੂੰ 2000 ਰੁਪਇਆ ਮਹੀਨਾ ਦੇਊਗੀ ਤਾਂ ਕਿ ਬੱਚੇ ਪੜ੍ਹਦੇ ਰਹਿਣ। ਇੱਕ ਵੀ ਬੰਦੇ ਨੂੰ ਚਾਲੂ ਹੈ। ਇਹ ਤਾਂ ਇੰਡੀਪੈਂਡੈਂਟ ਵੀ ਕਰ ਸਕਦੇ ਹੋ ਤੁਸੀਂ, ਪਾਰਟੀ ਵੀ ਕਰ ਸਕਦੀ ਹੈ। 100 ਪਰਿਵਾਰ ਨੂੰ ਤਾਂ ਐਡੀ ਕੋਈ ਗੱਲ ਨਹੀਂ ਹੈ। ਮੁੜ ਕੇ ਕੇਜਰੀਵਾਲ ਜਾਂ ਕੇਜਰੀਵਾਲ ਦਾ ਕੋਈ ਕਰਿੰਦਾ ਨਿਰਮਲ ਸਿੰਘ ਦੇ ਘਰ ਗਿਆ ਅੱਜ ਤੱਕ। ਹੁਣ ਦੁਬਾਰਾ ਵੋਟਾਂ ਆਈਆਂ ਨੇ, ਤੁਸੀਂ ਕਿਹਨੂੰ ਮੂਰਖ ਬਣਾਉਣਾ ਚਾਹੁੰਦੇ ਹੋ ਕਿ ਉਦੋਂ ਨਹੀਂ ਹੋਏਗਾ। ਤੇ ਅਗਲੀ ਗੱਲ ਇਹ ਹੈ ਕਿ ਪੰਜਾਬ ਦਾ ਕਿਸਾਨ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾਈ ਹੈ। ਇਹ ਮੁੱਦਾ ਕੇਜਰੀਵਾਲ ਤਾਂ ਕੇਜਰੀਵਾਲ ਦਾ ਕੋਈ ਹੋਰ ਤੀਜਾ ਬੰਦਾ ਵੀ ਆ ਜੇ। ਖੇਤੀ ਐਡਾ ਸੌਖਾ ਸਬਜੈਕਟ ਨਹੀਂ ਜਿੱਡੀਆਂ ਗੱਲਾਂ ਮਾਰ ਕੇ ਤੁਰ ਜਾਂਦੇ ਹੋ ਤੁਸੀਂ। ਖੇਤੀ ਦੁਨੀਆ ਭਰ ਦੇ ਕ੍ਰਾਈਸਿਸ ਦਾ ਨਾਮ ਹੈ। ਖੇਤੀ ਇੱਕ ਡਿਜ਼ਾਈਨ ਹੈ, ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨੇ ਜਿਹਨੇ ਟੋਟਲ ਖੇਤੀ ਨੂੰ ਡਬੋਤਾ ਤੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ। ਕੇਜਰੀਵਾਲ ਨੂੰ ਇਹ ਪੁੱਛਣਾ ਚਾਹੀਦਾ ਲੋਕਾਂ ਨੂੰ ਕਿ ਦੁਨੀਆ ਦਾ ਕੋਈ ਮੁਲਕ ਇਹੋ ਜਿਹਾ ਹੈ, ਤੇਰੇ ਨਾਲੋਂ ਸਿਆਣਾ ਬੰਦਾ ਦੁਨੀਆ 'ਚ ਕੋਈ ਨਹੀਂ ਆਇਆ ਜਿਹੜਾ ਇਸੇ ਮਾਡਲ ਤੇ ਚੱਲ ਕੇ ਕਿਸਾਨਾਂ ਦੀ ਖੁਦਕੁਸ਼ੀ ਰੋਕਦਾ ਹੋਵੇ। ਇੱਕ ਵੀ ਦੇਸ਼ ਦੁਨੀਆ 'ਚ ਇਹੋ ਜਿਹਾ ਹੈ ਜਿੱਥੇ ਕਿਸਾਨ ਖੁਦਕੁਸ਼ੀ ਨਹੀਂ ਕਰ ਰਿਹਾ, ਜਿੱਥੇ 2300 ਏਕੜ ਦਾ ਲੈਂਡ ਸਾਈਜ਼ ਹੈ। ਐਡੀ ਚੁਟਕੀ ਨਾਲ ਜਿਹੜੇ ਕਰਨ ਦੇ ਫਰਾਡ ਨੇ, ਮਤਲਬ ਐਡਾ ਮੂਰਖਤਾ ਨਹੀਂ, ਖੈਰ ਮਾਹੌਲ 'ਚ ਮੂਰਖਤਾ ਦੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ। ਜੇ ਉਹਦੇ ਇਰਦ ਗਿਰਦ ਬੈਠੇ ਵੀ ਕਰਦੇ ਨੇ ਉਹ ਵੀ ਗੱਲ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਕਿ ਜਾਂ ਉਹ ਚਾਪਲੂਸ ਨੇ ਜਾਂ ਉਹਨਾਂ ਦੀ ਸਮਝਦਾਰੀ ਵੀ ਓਡੇ ਪੱਧਰ ਦੀ ਹੋਏ ਜਿਹੜੇ ਉਸ ਪੱਧਰ ਦੇ ਉੱਤੇ ਗੱਲ ਕਰਦੇ ਨੇ। ਤੁਸੀਂ ਲਓ ਵੋਟਾਂ, ਤੁਸੀਂ ਕਹੋ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਹੋਊਗਾ ਆਹ ਕਰ ਲਾਂਗੇ, ਜੇ ਕਰ ਲਾਂਗੇ। ਜਿਹੜੀ ਇਹ ਡੈਫੀਨੇਟ ਹੈ ਨਾ ਕਿ ਕੋਈ ਖੁਦਕੁਸ਼ੀ ਨਹੀਂ ਕਰਦੇ ਆਗੇ, ਫਲਾਨੀਆਂ ਗਰੰਟੀਆਂ ਨੇ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਔਰ 1 ਲੱਖ ਕਰੋੜ ਰੁਪਏ ਦਾ ਜਾਂ 3 ਲੱਖ ਕਰੋੜ ਦੇ ਕਰੀਬ ਕਰਜ਼ਾ ਹੈ ਸਟੇਟ ਦੇ ਸਿਰ ਹੈ, ਜਿਹਦਾ 20,000 ਕਰੋੜ ਰੁਪਏ ਕਰਜ਼ੇ ਦਾ ਵਿਆਜ ਜਾਂਦਾ ਹਰ ਸਾਲ ਕਿਸ਼ਤ ਦੇ ਰੂਪ ਦੇ ਵਿੱਚ। ਤੇ ਤੁਸੀਂ ਕੀ ਕਰ ਦੋਗੇ ਉਹ ਸਾਰੇ ਮਾਹੌਲ ਦੇ ਵਿੱਚ? ਤੁਸੀਂ ਤਾਂ ਕੇਵਲ ਗਵਰਨੈਂਸ ਵਾਲੇ ਹੋ। ਕੇਜਰੀਵਾਲ ਦੀ ਪੋਲਿਟਿਕਸ ਤਾਂ ਇਹ ਹੈ ਕਿ ਆਈਡੀਓਲੋਜੀਕਲ ਚੀਜ਼ ਚਲੀ ਗਈ ਹੈ। ਤੁਸੀਂ ਦਿੱਲੀ ਨਹੀਂ ਲੜ ਪਾਏ ਜਦੋਂ ਐਸੇ ਸਰਕਾਰ ਦੇ ਹੋਣ ਦੇ ਬਾਵਜੂਦ ਪਿਛਲੀ ਪਾਰਲੀਮੈਂਟ ਨੇ ਤੁਹਾਡੀ ਟੋਟਲ ਸਰਕਾਰ ਦੇ ਮੁਖੀ ਦੇ ਤੌਰ ਤੇ ਲੈਫਟੀਨੈਂਟ ਗਵਰਨਰ ਨੂੰ ਰਾਈਟ ਦੇਤਾ, ਨਵਾਂ ਕਾਨੂੰਨ ਬਣਾਤਾ। ਕੱਲ ਕਿਸਾਨਾਂ ਨੇ ਘੇਰ ਵੀ ਲਿੱਤਾ। ਕੱਲ ਕਿਸਾਨਾਂ ਨੇ ਸਵਾਲ ਵੀ ਪੁੱਛ ਲਿਆ ਕਿ ਤੁਸੀਂ ਆਰਟੀਕਲ 370 ਦੇ ਉੱਤੇ ਕੀ ਤੁਹਾਡਾ ਸਟੈਂਡ ਰਿਹਾ। ਕਹਿੰਦੇ ਤੁਹਾਡੇ ਸਾਡੇ ਸਭ ਦੇ ਸਾਹਮਣੇ ਹੈਗਾ। ਫਿਰ ਉਸ ਤੇ ਵੇਲੇ ਉਹਨਾਂ ਕੋਲ ਜਵਾਬ ਨਹੀਂ ਸੀਗਾ ਤੇ ਉੱਠ ਕੇ ਭੱਜਦੇ ਹੋਏ। ਨਹੀਂ ਸਾਰੇ, ਜੇ ਤੁਹਾਡੀ ਪੁਲਿਸ ਸਤ ਕਹਿੰਦੇ ਹੋ ਕੇਂਦਰ ਦੇ ਕੋਲ ਹੈ, ਜਿੰਨੇ ਸ਼ਹੀਨ ਬਾਗ ਦੇ ਵਿੱਚ ਸ਼ਹੀਨ ਬਾਗ ਦੇ ਮੌਕੇ ਜਿਹੜੇ ਵਿਦਿਆਰਥੀਆਂ ਨੇ, ਜਿਹੜੇ ਪਿੰਜਰਾ ਤੋੜ ਵਾਲੀਆਂ ਕੁੜੀਆਂ ਜਿਹੜੀਆਂ UAPA ਤਹਿਤ ਬੰਦ ਨੇ, ਤੇ ਜਿੱਥੇ ਕੋਈ ਵੀ ਉਹਨਾਂ ਦਾ ਹਿੰਸਕ ਨਾ ਕੋਈ ਤੁਹਾਡੇ ਕੋਲ ਕੋਈ ਚੀਜ਼ਾਂ ਸਾਹਮਣੇ ਨੇ, ਉੱਥੇ ਤੁਸੀਂ ਜ਼ੁਬਾਨ ਤਾਂ ਖੋਲ੍ਹ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕੇਂਦਰ ਧੱਕਾ ਕਰ ਰਿਹਾ ਹੈ, ਇੱਕ ਵੀ ਬਿਆਨ ਦੱਸੋ। ਜੇ ਤੁਸੀਂ ਇਨਸਾਫ ਲਈ ਜ਼ੁਬਾਨ ਵੀ ਨਹੀਂ ਖੋਲ੍ਹ ਸਕਦੇ ਤਾਂ ਤੁਸੀਂ ਟੋਟਲੀ ਹਿੰਦੂਤਵੀ ਪੋਲਿਟਿਕਸ ਦੇ ਵਿੱਚੋਂ, ਜਦੋਂ ਟੋਟਲੀ ਹਿੰਦੂਤਵੀ ਪੋਲਿਟਿਕਸ ਦੇ ਵਿੱਚੋਂ ਤਾਂ ਤੁਸੀਂ ਲੋਕਾਂ ਦਾ ਫਾਇਦਾ, ਪੰਜਾਬ ਵਰਗੀ ਜਿਹੜੀ ਇੱਕ ਬੈਕਗਰਾਉਂਡ ਦੀ ਇੰਨੇ ਕੰਪਲੀਕੇਟਡ ਸਟੇਟ ਹੈ, ਇਹਨੂੰ ਜਿੱਦੇ ਸਿੱਧੇ ਢੰਗ ਨਾਲ ਤੁਸੀਂ ਚਲਾਉਣ ਦੀ ਟਰਾਈ ਕਰ ਰਹੇ ਹੋ, ਉਹ ਚੀਜ਼ਾਂ ਨਹੀਂ ਹੈ। ਇਸ ਕਰਕੇ ਪੰਜਾਬ ਨੂੰ ਬਹੁਤ ਸੀਰੀਅਸ ਪੋਲੀਟੀਸ਼ੀਅਨ ਦੀ ਲੋੜ ਹੈ, ਸੀਰੀਅਸ ਪੋਲਿਟਿਕਸ ਦੀ ਲੋੜ ਹੈ, ਸੀਰੀਅਸ ਏਜੰਡੇ ਦੀ ਲੋੜ ਹੈ ਜਿਹਦੇ ਤੇ ਤੁਸੀਂ ਡਿਸਕਸ ਕਰ ਲਈ। ਮੈਨੂੰ ਲੱਗਦਾ ਉਹ ਏਜੰਡਾ ਸ਼ਾਇਦ ਕਿਸੇ ਵੀ ਪੋਲੀਟੀਕਲ ਪਾਰਟੀ ਕੋਲ ਨਹੀਂ ਹੈ। ਹਰ ਕੋਈ ਮੁਫਤਖੋਰੀ ਦੀ ਸਿਆਸਤ ਕਰੀ ਜਾ ਰਿਹਾ। ਮੈਂ ਇਸ ਤੋਂ ਪਹਿਲਾਂ ਇਹੀ ਤਾਂ ਗੱਲ ਹੈ ਕਿ ਸਭ ਤੋਂ ਨੰਬਰ 1 ਸਵਾਲ ਇਹ ਪੁੱਛਣਾ ਚਾਹੀਦਾ ਹਰ ਪਾਰਟੀ ਨੂੰ ਕਿ ਕਿਸਾਨ ਅੰਦੋਲਨ ਜਿਹੜੀ ਗੱਲ ਨੂੰ ਸਭ ਤੋਂ ਵੱਡੇ ਤੌਰ ਤੇ ਲੈ ਰਿਹਾ ਕਿ ਕਾਰਪੋਰੇਟ ਵਿਕਾਸ ਦਾ ਮਾਡਲ ਸਾਡੀਆਂ ਜੜ੍ਹਾਂ 'ਚ ਬੈਠਿਆ ਹੋਇਆ ਹੈ, ਇਹਨੇ ਸਾਡਾ ਵਪਾਰ ਉਜਾੜਨਾ ਹੈ, ਇਹਨੇ ਸਾਡਾ ਰੁਜ਼ਗਾਰ ਖੋਹ ਲਿਆ, ਇਹਨੇ ਸਾਡੀ ਖੇਤੀ ਖੋਹ ਲੈਣੀ ਹੈ, ਇਹ ਸਾਰਾ ਕੁਝ ਹੈ।
ਤੁਸੀਂ ਇਹਦੇ ਖਿਲਾਫ ਹੋ ਜਾਂ ਇਹਦੇ ਪੱਖ 'ਚੋਂ, ਕਿਹੜੇ ਪਾਸਿਓਂ? ਇੱਕ ਵੀ ਪਾਰਟੀ ਹੈ ਜਿਹੜੀਆਂ ਦਾਅਵੇਦਾਰ ਨੇ ਇਹ ਕਹਿਤਾ ਕਿ ਅਸੀਂ ਕਾਰਪੋਰੇਟ ਦੇ ਉਲਟਾਂ ਇਸ ਮਾਡਲ ਦੇ ਅਗਲਾ, ਤਾਂ ਉਦੋਂ ਬਾਅਦ ਦੇਖਿਆ ਜਾ ਸਕਦਾ ਸਾਰੇ ਕਾਰਪੋਰੇਟ ਡਿਵੈਲਪਮੈਂਟ ਦਾ ਨਕਸ਼ਾ ਪੇਸ਼ ਕਰ ਰਹੇ ਨੇ। ਮੌਜੂਦਾ ਸਰਕਾਰ ਦੀ ਵੀ ਮੌਜੂਦਾ ਵੀ ਕਰ ਰਹੀ ਹੈ, ਅਕਾਲੀ ਬੀਜੇਪੀ ਕਰ ਰਹੀ ਹੈ, ਕੇਜਰੀਵਾਲ ਕਰ ਰਿਹਾ। ਕੇਜਰੀਵਾਲ ਕੇਵਲ ਇੱਕ ਕਹਿੰਦਾ ਵੀ ਅਸੀਂ ਲਿਆਵਾਂਗੇ ਜੀ, ਇੱਥੇ ਨਿਵੇਸ਼ ਲਿਆਵਾਂਗੇ, ਕਰਪਸ਼ਨ ਨਹੀਂ ਕਰ ਦਿਆਂਗੇ। ਕੱਲਾ ਇੰਨਾ ਹੀ ਹੈ ਨਾ, ਇਹਦਾ ਮਤਲਬ ਤੁਹਾਡਾ ਕੱਲਾ ਗਵਰਨੈਂਸ ਤੱਕ ਦਾ ਮਾਮਲਾ ਬਹੁਤ ਛੋਟਾ। ਕਿਸੇ ਵੀ ਸੂਬੇ ਦੇ ਵਿਕਾਸ ਲਈ ਕਿਸਾਨੀ ਔਰ ਜੋ ਵਪਾਰੀ ਵਰਗ ਹੈਗਾ ਕਹਿੰਦੇ ਉਹੀ ਦੋ ਮੇਨ ਥੰਮ ਹੁੰਦੇ ਹੈਗੇ ਨੇ, ਯਾਨੀ ਫਿਰ ਕਿਸਾਨੀ ਨੂੰ ਵੀ ਛੂਰੇ ਨੇ ਨਾਲ ਵਪਾਰੀ ਵਰਗ ਉਹਨੂੰ ਮਾਰ ਕੌਣ ਰਿਹਾ? ਫਿਰ ਉਹ ਮਰ ਰਿਹਾ ਕਾਰਪੋਰੇਟ ਵਿਕਾਸ ਦੇ ਮਾਡਲ ਨਾਲ। ਔਰ ਜੇ ਉਹ ਮਾਡਲ ਮਾਰ ਰਿਹਾ ਉਹਨੂੰ, ਉਹ ਮਾਡਲ ਦੇ ਖਿਲਾਫ ਤੁਹਾਡੇ ਕੋਲ ਕੀ ਅਪਰੋਚ ਹੈ ਤੁਹਾਡੀ? ਅਗਲੀ ਗੱਲ ਇਹ ਹੈ ਕਿ ਉਹ ਮਾਰ ਰਿਹਾ ਸੈਂਟਰਲਾਈਜੇਸ਼ਨ, ਫੈਡਰਲਿਜ਼ਮ ਦਾ ਜਿਹੜਾ ਕੁਐਸਚਨ ਹੈ, ਤੁਸੀਂ ਇਹ ਉਠਾਓਗੇ? ਜੇ ਉਠਾਓਗੇ ਤਾਂ ਅੱਜ ਤੱਕ ਕਿਉਂ ਨਹੀਂ ਉਠਾ ਰਹੇ ਜਿਹੜੇ ਪਾਰਲੀਮੈਂਟ 'ਚ ਬਿੱਲ ਆ ਰਹੇ ਨੇ? ਤੁਸੀਂ GST ਦਾ ਵਿਰੋਧ ਕਿਉਂ ਨਹੀਂ ਕੀਤਾ? ਤੁਸੀਂ UAPA ਦਾ ਵਿਰੋਧ ਕਿਉਂ ਨਹੀਂ ਕੀਤਾ? ਅਮੈਂਡਮੈਂਟ ਦਾ, NIA ਦੀ ਅਮੈਂਡਮੈਂਟ ਦਾ ਵਿਰੋਧ ਕਿਉਂ ਨਹੀਂ ਕੀਤਾ? 370 ਧਾਰਾ ਦਾ ਕਿਉਂ ਨਹੀਂ ਕੀਤਾ? ਨਾਗਰਿਕ ਸੋਧ ਬਿੱਲ ਦਾ ਕਿਉਂ ਨਹੀਂ ਕੀਤਾ? ਕਿਰਤ ਕਾਨੂੰਨਾਂ ਦੇ ਵਿੱਚ ਜਿਹੜੇ ਕੀਤੀ ਹੈ ਸੋ ਕਾਲਡ ਸੋਧ ਕਿਉਂ ਨਹੀਂ ਕੀਤਾ? ਤੁਸੀਂ ਸਾਰੇ ਗੱਲਾਂ ਤੇ ਕਿਉਂ ਨਹੀਂ ਇਹ ਚੀਜ਼ਾਂ ਕੀਤੀਆਂ? ਤੇ ਉਹ ਕਿਸਾਨੀ ਬਾਰੇ, ਪੰਜਾਬ ਦੀ ਬਾਰੇ ਤਾਂ ਕਹਿ ਰਹੇ ਹੋ ਕਿਉਂਕਿ ਇੱਥੇ ਕਿਸਾਨ ਜਿਹੜਾ ਵੀ ਕਿਸਾਨਾਂ ਦੇ ਹਿੱਤ 'ਚ ਨਹੀਂ ਆ ਰਿਹਾ ਉਹਦਾ ਜਾਮ ਕਰ ਦਿੰਦੇ ਨੇ ਸਰਕਾਰਾਂ, ਉਹਦੇ ਕਰਕੇ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ। ਮਜਬੂਰੀ ਮੰਨੀਏ ਕਿ ਆਪਾਂ ਸਾਰੀ ਪੋਲੀਟੀਕਲ ਪਾਰਟੀਆਂ, ਔਰ ਮੈਨੂੰ ਲੱਗਦਾ ਡੈਮੋਕ੍ਰੇਸੀ 'ਚ ਇਹ ਠੀਕ ਤਰੀਕਾ ਵੀ ਹੁੰਦਾ। ਜੇ ਲੋਕ ਖੜੇ ਹੋ ਜਾਂਦੇ ਨੇ ਤੇ ਪੋਲੀਟੀਸ਼ੀਅਨ ਨੂੰ ਮਜਬੂਰ ਕਰਦੇ ਨੇ, ਜੇ ਲੋਕ ਖੜੇ ਨਹੀਂ ਹੁੰਦੇ ਤਾਂ ਪੋਲੀਟੀਸ਼ੀਅਨ ਲੋਕਾਂ ਨੂੰ ਮਜਬੂਰ ਕਰਦਾ। ਕਿਸਾਨ ਅੰਦੋਲਨ ਨੇ ਇਹੀ ਸਿੱਖਿਆ ਦੇ ਰਿਹਾ ਕਿ ਦੇਸ਼ ਦੇ ਵਿੱਚ ਤਬਦੀਲੀ ਵਾਸਤੇ, ਦੇਸ਼ 'ਚ ਖੁਦਕਸ਼ੀਆਂ ਰੋਕਣ ਵਾਸਤੇ, ਦੇਸ਼ ਦੇ ਵਿੱਚ ਪੰਜਾਬ ਦੀ ਪੋਲੀਟਿਕਸ ਨੂੰ ਵੀ ਪਟੜੀ ਤੇ ਲਿਆਉਣ ਵਾਸਤੇ ਇੱਕ ਜਿਹੜੇ ਸੀਰੀਅਸ ਏਜੰਡੇ ਤੇ ਡਿਬੇਟ ਹੋਵੇ, ਤੇ ਉਹ ਡਿਬੇਟ ਕਰਕੇ ਜਿਹੜਾ ਉਹ ਏਜੰਡਾ ਨਿਕਲਦਾ ਨਿਖਰ ਕੇ ਆਉਂਦਾ ਹੈ, ਉਹਦੇ ਤੇ ਜਨਤਕ ਅੰਦੋਲਨ ਤੇ ਇੱਕ ਨਵੀਂ ਪੋਲੀਟਿਕਸ ਦਾ ਆਗਾਜ਼ ਹੋਵੇ। ਜਿਹੜੀ ਨਵੀਂ ਪੋਲੀਟਿਕਸ ਸਾਹਮਣੇ ਕੋਈ ਆਏਗੀ ਉਹਦੇ 'ਚੋਂ ਉਮੀਦ ਕੀਤੀ ਜਾ ਸਕਦੀ ਹੈ। ਟ੍ਰੈਡੀਸ਼ਨਲ 'ਚੋਂ ਅਜੇ ਫਿਲਹਾਲ ਕੋਈ ਉਮੀਦ ਨਹੀਂ ਹੈ। ਕਾਂਗਰਸ ਪਾਰਟੀ ਜਿਹੜੀ ਹੈਗੀ ਹੈ, ਪੰਜਾਬ ਸਰਕਾਰ ਜਿਹੜੀ ਹੈਗੀ 8 ਤਰੀਕ ਨੂੰ ਉਹਨਾਂ ਨੇ ਸੈਸ਼ਨ ਵਿਧਾਨ ਸਭਾ ਦਾ ਬੁਲਾ ਲਿੱਤਾ ਹੈਗਾ। ਕਹਿੰਦੇ ਖੇਤੀ ਕਾਨੂੰਨਾਂ ਨੂੰ ਵੀ ਅਸੀਂ ਰੱਦ ਕਰਨਾ ਹੈ ਔਰ ਨਾਲ BSF ਦੇ ਮੁੱਦੇ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਮਤਾ ਪਾਇਆ ਜਾਊਗਾ। ਲੱਗਦਾ ਹੈ ਕਿ ਇਸ ਦਾ ਕੋਈ ਬੈਨੀਫਿਟ ਉਹਨਾਂ ਨੂੰ ਅੱਗੇ ਚੋਣਾਂ ਦੇ ਵਿੱਚ ਮਿਲੂਗਾ ਜਾਂ ਫਿਰ ਇਸ ਦਾ ਕੋਈ ਉਹਨਾਂ ਨੂੰ ਬੈਨੀਫਿਟ ਨਹੀਂ ਮਿਲਦਾ ਤੁਹਾਨੂੰ ਨਜ਼ਰ ਆਏਗਾ? ਨਹੀਂ, ਪਤਾ ਨਹੀਂ ਕੀ ਹੈ। ਪਹਿਲੀ ਤਾਂ 4.5 ਸਾਲ ਤਾਂ ਕਾਂਗਰਸ ਬਦਨਾਮੀ ਓ ਕੀਤੀ। ਉਹ ਕਹਿੰਦੇ ਕੋਈ ਰਾਜ ਹੀ ਨਹੀਂ ਹੋਇਆ, ਜਾਂ BJP ਜਾਂ ਅਕਾਲੀ ਦਲ ਦਾ ਰਾਜ ਸੀ। ਤੁਸੀਂ ਸਾਰੀ ਕਾਂਗਰਸ ਨਾਲ ਹੀ ਸੀ, ਫਿਰ ਉਦੋਂ ਕਿਉਂ ਨਹੀਂ ਕੀਤਾ ਕੁਛ? ਲੋਕ ਹੁਣ ਇਮੀਡੀਏਟ ਯਕੀਨ ਉਸ ਤੇ ਕਿਵੇਂ ਕਰਨ? ਅਗਲੀ ਗੱਲ ਇਹ ਹੈ ਕਿ ਇਹ ਠੀਕ ਗੱਲ ਹੈ, ਪਹਿਲਾਂ ਤੋਂ ਹੀ ਹੋਣਾ ਚਾਹੀਦਾ ਸੀ। BSF ਦਾ ਮੁੱਦਾ ਹੈ, ਨੋਟੀਫਿਕੇਸ਼ਨ ਜਿੰਨਾ ਵੀ ਉਹ ਕਰ ਸਕਦੇ ਨੇ ਅਸੈਂਬਲੀ ਦੇ ਵਿੱਚ। ਇਹਨਾਂ ਕਾਨੂੰਨਾਂ ਨੂੰ ਵੀ ਜਦੋਂ ਤੁਸੀਂ ਸਾਰੇ ਵਿੱਚ ਹੀ ਸੀ ਮਿਨਿਸਟਰ, ਜੇ ਉਦੋਂ ਜਿਹੜਾ ਪੇਸ਼ ਕੀਤਾ ਪ੍ਰਪੋਜ਼ਲ ਹੈ ਕਿ ਉਹਨਾਂ 'ਚ ਸੋਧ ਕਰਕੇ ਪੇਸ਼ ਕਰ ਦਿਓ, ਤਾਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ? ਉਦੋਂ ਵੀ ਸਾਡੇ ਸਾਹਮਣੇ ਆਉਂਦਾ, ਅੱਜ ਵੀ ਆਉਂਦੇ ਨੇ ਕਿ ਦੇਰ ਆਏ ਦਰੁਸਤ ਆਏ, ਤਾਂ ਕੋਈ ਗੱਲ ਨਹੀਂ। ਪਰ ਉਹਦੇ 'ਚ ਵੀ ਇੱਕ ਬੜਾ ਵੱਡਾ ਟੈਕਨੀਕਲ ਨੁਕਤਾ ਸਭ ਦੇ ਸਾਹਮਣੇ ਹੈ ਕਿ ਉਹਨੂੰ ਗਵਰਨਰ ਨੇ ਅਪਰੂਵ ਨਹੀਂ ਕਰਨਾ। ਤੇ ਗਵਰਨਰ ਨੇ ਅਪਰੂਵ ਨਹੀਂ ਕਰਨਾ, ਜਿਹੜਾ ਤੁਸੀਂ ਕਹਿੰਦੇ ਹੋ ਪਾਣੀਆਂ ਦੀ ਤਰ੍ਹਾਂ ਕਰ ਦੇਗਾ। ਪਾਣੀਆਂ ਵੇਲੇ ਤਾਂ ਗਵਰਨਰ ਤੋਂ ਅਪਰੂਵਲ ਲੈ ਲਈ ਗਈ ਸੀ, ਤੇ ਜੇ ਗਵਰਨਰ ਅਪਰੂਵ ਕਰਦਾ ਫਿਰ ਇਹ ਠੀਕ ਹੈ ਕਿ ਇਹ ਸੰਵਿਧਾਨਕ ਕ੍ਰਾਈਸਿਸ ਬਣਦਾ ਇੱਕ। ਫਿਰ ਉਹ ਰਾਸ਼ਟਰਪਤੀ ਕੋਲ ਜਾਂਦਾ, ਰਾਸ਼ਟਰਪਤੀ ਰੈਫਰੈਂਸ ਲਈ ਸੁਪਰੀਮ ਕੋਰਟ ਦੀ ਰਾਏ ਲੈਂਦਾ, ਫਿਰ ਉਹ ਕੁਝ ਸਾਲਾਂ ਤੱਕ ਇੱਕ ਚੀਜ਼ਾਂ ਖੜ ਜਾਂਦੀਆਂ ਨੇ ਆ ਕੇ, ਜਿਵੇਂ ਪਾਣੀਆਂ ਵਾਲਾ ਕੁਝ ਚੀਜ਼ਾਂ ਲਈ ਕੁਝ ਸਾਲਾਂ ਲਈ ਖੜ ਗਿਆ ਸੀ। ਪਰ ਅਜੇ ਤਾਂ ਮੈਨੂੰ ਲੱਗਦਾ ਇੱਥੇ ਤੱਕ ਹੀ ਸੀਮਿਤ ਹੋ ਜਾਣਾ। ਉਹ ਪਹਿਲਾਂ ਵਾਲੇ ਹੀ ਨਹੀਂ ਗਵਰਨਰ ਨੇ ਭੇਜੇ ਉੱਪਰ, ਜਿਹੜੇ ਪਹਿਲਾਂ ਤੁਸੀਂ ਸੋਧ ਕਰਕੇ ਵੀ ਭੇਜੇ ਹੋਏ ਸੀ। ਇਸ ਲਈ ਸਿਸਟਮ ਐਡਾ ਸੌਖਾ ਵਰਕ ਨਹੀਂ ਕਰਦਾ। ਤੁਸੀਂ ਪਬਲਿਕ ਕੰਜੰਪਸ਼ਨ ਲਈ ਤਾਂ ਗੱਲ ਕਰ ਰਹੇ ਹੋ, ਪਰ ਸੀਰੀਅਸਨੈਸ ਤੋਂ ਅਜੇ ਤਿਆਰ ਨਹੀਂ ਹੋ, ਨਾ ਫੈਡਰਲਿਜ਼ਮ ਦੀ ਲੜਾਈ ਵਾਸਤੇ, ਨਾ ਪੰਜਾਬ ਦੇ ਜਿਹੜੀਆਂ ਬਾਕੀ ਦੀਆਂ ਲੋੜਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ। ਹਮੀਰ ਸਿੰਘ ਜੀ, ਇੱਕ ਪਾਸੇ ਤਾਂ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋ ਰਹੇ ਨੇ BJP ਦੇ ਲੀਡਰ, ਉਹਨਾਂ ਨੂੰ ਮੈਂਬਰਸ਼ਿਪ ਤੋਂ ਵਾਂਝੇ ਕੀਤਾ ਜਾ ਰਿਹਾ ਹੈ, ਵਰੁਣ ਗਾਂਧੀ ਹੋਵੇ, ਮੇਨਕਾ ਗਾਂਧੀ ਹੋਵੇ। ਔਰ ਦੂਸਰੇ ਪਾਸੇ 22 ਦੀਆਂ ਚੋਣਾਂ ਤੋਂ ਪਹਿਲਾਂ ਅੱਜ ਸੋਨੀਆ ਗਾਂਧੀ ਨੇ ਜਗਦੀਸ਼ ਟਾਈਟਲਰ ਨੂੰ ਪਰਮਾਨੈਂਟ ਇਨਵਾਈਟੀ ਜਿਹੜਾ ਹੈਗਾ ਉਹ ਨਿਯੁਕਤ ਕਰ ਦਿੱਤਾ ਗਿਆ। ਇਹ ਤੁਹਾਨੂੰ ਇਸ ਵੇਲੇ ਕੀ ਸਥਿਤੀ ਨਜ਼ਰ ਆ ਰਹੀ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ? ਲੱਗਦਾ ਹੈ ਮੁੱਦਾ ਕਾਂਗਰਸ ਦੇ ਵਾਸਤੇ ਭਾਰੀ ਪਊਗਾ? ਨਹੀਂ ਪਊਗਾ ਹੀ। ਇਹੀ ਗੱਲ ਮੋਦੀ ਉਹ ਨਹੀਂ ਕਰ ਰਹੇ ਨੇ, ਜਿਹੜਾ ਕਿਸਾਨਾਂ ਦੇ ਹੱਕ 'ਚ ਬੋਲਦਾ ਉਹਨੂੰ ਨੈਸ਼ਨਲ ਕੌਂਸਲ 'ਚੋਂ ਕੱਢਤਾ, ਉਹਨੂੰ ਸਜ਼ਾ ਦੇਤੀ। ਉਹੀ ਗੱਲ ਕਾਂਗਰਸ ਵੀ ਕਰ ਰਹੀ ਹੈ। ਹਮੇਸ਼ਾ ਹੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਇਹ ਲਾਇਬਿਲਟੀ ਰਹੇ ਨੇ, ਕਿਉਂਕਿ 84 ਦਾ ਜਿਹੜਾ ਮਾਮਲਾ ਸਾਰਾ। ਔਰ ਕੁਦਰਤੀ ਤੁਸੀਂ ਦੇਖੋ ਕਿ ਗੱਲ ਵੀ ਇਹੀ ਹੈ, ਕਾਂਗਰਸ ਬਾਰ-ਬਾਰ ਇਹੀ ਮੂਰਖਤਾ ਵੀ ਕਰਦੀ ਹੈ। ਉਹ ਕਰਦੀ ਵੀ ਉਦੋਂ ਹੈ, ਉਹਨਾਂ ਸਮਿਆਂ 'ਚ ਕਰਦੀ ਹੈ ਜਦੋਂ ਦੌਰ ਆਉਂਦਾ, ਜਦੋਂ 31 ਅਕਤੂਬਰ ਆਉਂਦਾ ਹੈ ਤੇ 31 ਅਕਤੂਬਰ ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ, ਤੇ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ। ਉਹ ਬੜਾ ਸੈਂਸਿਟਿਵ ਦੌਰ ਹੁੰਦਾ। ਹੁਣ ਵੀ ਅਕਤੂਬਰੀ ਸਾਡੇ ਸਾਹਮਣੇ ਆ ਤੇ 1 ਨਵੰਬਰ ਵੀ ਸਾਹਮਣੇ ਆ। ਜਦੋਂ ਉਦੋਂ ਤੁਸੀਂ ਇਹੋ ਜਿਹਾ ਮਾਹੌਲ ਕਰਦੇ ਹੋ, ਉਦੋਂ ਵੈਸੇ ਹੀ ਸੈਂਸਿਟਿਵਿਟੀ ਵਧੀ ਹੁੰਦੀ ਹੈ ਉਸ ਪੱਧਰ ਦੇ ਉੱਤੇ। ਅਗਲਾ ਕਹਿੰਦਾ ਤੁਸੀਂ ਬਾਰ-ਬਾਰ ਕਿਉਂ ਨਹੀਂ ਕਰਦੇ? ਜਿਹੜੀ ਇੱਕ ਘਟਨਾ ਵਾਪਰੀ ਹੈ ਔਰ ਲੋਕਾਂ ਦਾ ਪਰਸੈਪਸ਼ਨ ਬਣੀ ਹੋਈ ਹੈ,
ਲੋਕਾਂ ਕੋਲ ਤੱਥ ਵੀ ਸੀ, ਇੰਨੇ ਲੰਮੇ ਸਮੇਂ 'ਚ ਤੁਸੀਂ ਨਹੀਂ ਕੋਰਟਾਂ ਨੇ ਇਨਸਾਫ ਦਿੱਤਾ ਜਾਂ ਬਾਕੀ ਜਗ੍ਹਾ, ਤਾਂ ਤੁਸੀਂ ਆਟੋਮੈਟਿਕਲੀ ਹੈ ਕਿ ਉਹਨੂੰ ਭੁੱਲ ਥੋੜੀ ਸਕਦੇ ਨੇ ਲੋਕ, ਐਡੇ ਵੱਡੇ ਕਾਰਿਆਂ ਨੂੰ ਭੁੱਲਦੇ ਨਹੀਂ ਹੁੰਦੇ। ਤੇ ਜੇ ਅੱਗੇ ਵਧਣਾ ਹੁੰਦਾ ਸਮਾਜ ਨੇ ਉਸ ਪੱਧਰ ਦੇ ਉੱਤੇ, ਤਾਂ ਜਿਹੜੀਆਂ ਵੀ ਉਹ ਚੀਜ਼ਾਂ ਨੇ ਉਹਨੂੰ ਸਾਈਡ ਤੇ ਕਰਨਾ ਪੈਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਿਲਕੁਲ ਕਾਂਗਰਸ ਤੇ ਪੰਜਾਬ ਤਾਂ ਸੈਂਸਿਟਿਵ ਇਸ ਗੱਲ ਲਈ ਹੈਗਾ ਹੀ ਹੈ, ਉਹਦੇ ਤੇ ਦੁਬਾਰਾ ਸੋਚਣਾ ਹੀ ਪਊਗਾ। ਪਹਿਲਾਂ ਵੀ ਕਈ ਵਾਰ ਉਹਨਾਂ ਨੂੰ ਫੈਸਲੇ ਲੈ ਕੇ ਪਿੱਛੇ ਹਟਣਾ ਪਿਆ ਕਿ ਕਾਂਗਰਸ ਸਰਕਾਰ ਨੂੰ ਕਾਂਗਰਸ। ਕੈਪਟਨ ਅਮਰਿੰਦਰ ਸਿੰਘ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਹਿੰਦੇ ਸੀ ਕਿ 25 ਐਗਰੀਕਲਚਰ ਐਕਸਪਰਟ ਲੈ ਕੇ ਮੈਂ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਿਹਾ, ਔਰ ਕੱਲ ਉਹਨਾਂ ਦੀ ਮੁਲਾਕਾਤ ਹੀ ਨਹੀਂ ਹੁੰਦੀ ਹੈਗੀ। ਹਾਲਾਂਕਿ ਜਦੋਂ ਮੁਲਾਕਾਤ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤਾਂ ਓਬਵੀਅਸ ਜੀ ਗੱਲ ਹੈਗੀ ਹੈ ਕਿ ਸਮਾਂ ਫਿਕਸ ਹੋਊਗਾ, ਚੀਜ਼ਾਂ ਤੈਅ ਹੋਣਗੀਆਂ, ਤਾਂ ਹੀ ਉਹਨਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਸੀ। ਔਰ ਜਦੋਂ ਦਿੱਲੀ ਪਹੁੰਚ ਜਾਂਦੇ ਨੇ ਔਰ ਅਮਿਤ ਸ਼ਾਹ ਮਿਲਣ ਦਾ ਸਮਾਂ ਨਹੀਂ ਦਿੰਦੇ, ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ, ਉਹ ਵੀ ਮੈਨੂੰ ਇਹ ਲੱਗਦਾ ਕਿ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਦੇਖੀ ਹੋਣੀ ਹੈ, ਕਿਉਂਕਿ ਕੋਈ ਵੀ ਪੋਲੀਟੀਕਲ ਲੀਡਰ ਅਮਰਿੰਦਰ ਸਿੰਘ ਦੇ ਨਾਲ ਨਹੀਂ ਸੀ, OSD ਐਡਵਾਈਜ਼ਰਾਂ ਤੋਂ ਬਿਨਾਂ ਜਿਹੜੇ ਪੋਲੀਟੀਕਲ ਆਦਮੀ ਨੇ। ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਨੇ 3 ਮੰਤਰੀ ਇੱਥੇ ਭੇਜੇ ਹੋਏ ਨੇ, ਆਪਣੀ ਪਾਰਟੀ ਨਾਲ ਵੀ ਸਲਾਹ ਕਰਨੀ ਹੋਊਗੀ, ਫੀਡਬੈਕ ਲੈਣੀ ਹੋਊਗੀ, ਕਰਨੀ ਹੈ ਕੀ ਨਹੀਂ ਕਰਨੀ, ਤੇ ਉਹਦੇ ਦਾ ਉਹਨਾਂ ਨੇ ਟਾਲਾ ਵੱਟਤਾ ਹੋਣਾ ਅਮਰਿੰਦਰ ਸਿੰਘ ਤੋਂ। ਕੋਈ ਅਮਰਿੰਦਰ ਸਿੰਘ ਉਹਨਾਂ ਦੀ ਲੋੜ ਥੋੜੀ ਹੈ, ਅਮਰਿੰਦਰ ਸਿੰਘ ਦੀ ਲੋੜ ਉਹ ਬਣੇ ਹੋਏ ਨੇ, ਤੇ ਜਦ ਉਹਨੂੰ ਚਾਹਣਗੇ ਉਹਨਾਂ ਨੂੰ ਵਰਤ ਲੈਣਗੇ। 4.5 ਸਾਲ ਵੀ ਵਰਤਦੀ ਰਹੀ ਹੈ ਬੀਜੇਪੀ, ਔਰ ਬੀਜੇਪੀ ਵਰਗੇ ਹੀ ਬਿਆਨ ਦਿੰਦੇ ਰਹੇ ਨੇ, ਚਾਹੇ ਉਹ ਜੰਮੂ ਕਸ਼ਮੀਰ ਦੇ ਮਾਮਲੇ 'ਚ ਸੀ, ਚਾਹੇ ਬਾਕੀ ਦੇ ਮਾਮਲੇ ਸੀ, ਪਾਕਿਸਤਾਨ ਦੇ ਖਿਲਾਫ ਸੀ। ਇਹ ਸਾਰੇ ਸਵਾਲ ਸਾਡੇ ਸਾਹਮਣੇ ਹੀ ਨੇ। ਹੁਣ ਅਗਲੇ ਸਵਾਲ ਦੇਖ ਕੇ ਜੇ ਅਮਰਿੰਦਰ ਸਿੰਘ ਉਹਨਾਂ ਨੂੰ ਕੋਈ ਫਾਇਦਾ ਦਿੰਦਾ ਲੱਗਿਆ ਵੀ ਸਾਨੂੰ ਇਹਦਾ ਦੇਸ਼ 'ਚ ਜਾਂ ਪੰਜਾਬ 'ਚ ਕੋਈ ਮਾੜਾ ਮੋਟਾ ਠੀਕ ਹੈ, ਇੱਕ ਵੱਡੇ ਕੱਦ ਵਾਲਾ ਸਿੱਖ ਲੀਡਰ ਸਾਡੇ ਨਾਲ ਆਉਂਦਾ, ਉਹਦਾ ਕੋਈ ਅਸਰ ਪਊਗਾ, ਉਨੀ ਕੁ ਮੁੱਕਤ ਉਹਨੂੰ ਦੇ ਦੇਣਗੇ ਤੇ ਉਹਨਾਂ ਕੁ ਮੁੱਕਤ ਰੱਖ ਕੇ ਕਰ ਲੈਣਗੇ। ਨਹੀਂ ਤਾਂ ਬੀਜੇਪੀ ਨੇ ਬਹੁਤ ਵੱਡੇ ਵੱਡੇ ਲੀਡਰ ਸੈਟਲਲਾਈਨ ਕਰ, ਸਾਰੀਆਂ ਪਾਰਟੀਆਂ ਵੈਸੇ ਕਰਦੀਆਂ ਇਹੀ ਨੇ, ਯੂਜ਼ ਐਂਡ ਥਰੋ ਹੁੰਦਾ ਕਿ ਹੁਣ ਇਹ ਕੰਮ ਦਾ ਬੰਦਾ ਹੈ ਤਾਂ ਲੈ ਲਓ, ਨਹੀਂ ਕੰਮ ਦਾ ਬੰਦਾ ਥਰੋ ਕਰ ਦਿਓ। ਕਲਚਰ ਹੀ ਯੂਜ਼ ਐਂਡ ਥਰੋ ਦਾ। ਇਕੱਲਾ ਅਮਰਿੰਦਰ ਸਿੰਘ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਇਹ ਅਪਵਾਦ ਹੈ, ਕੋਈ ਇਹਦੇ ਨਾਲ ਕੋਈ ਹੋਰ ਤਰੀਕੇ ਦਾ ਫੈਸਲਾ ਮਤਲਬ ਉਹ ਟਰੀਟਮੈਂਟ ਕਰਨਗੇ। ਔਰ ਕੀ ਲੱਗਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਤੁਹਾਨੂੰ ਕਿੱਧਰਲੇ ਪਾਸੇ ਨੂੰ ਜਾਂਦੀ ਹੋਈ ਨਜ਼ਰ ਆ ਰਹੀ ਹੈ? ਨਹੀਂ, ਅਜੇ ਮੈਨੂੰ ਕਿਤੇ ਨਹੀਂ ਲੱਗਦੀ। ਮੈਨੂੰ ਤਾਂ ਇਹ ਲੱਗਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਕਿਸਾਨ ਅੰਦੋਲਨ ਨੂੰ ਮਾਈਨਸ ਕਰਕੇ ਡਿਸਕਸ ਕਰਨਾ, ਉਹਦਾ ਕੋਈ ਮਤਲਬ ਨਹੀਂ, ਉਹ ਕਿਧਰੇ ਨਹੀਂ ਆਣੀ। ਕਿਸਾਨ ਅੰਦੋਲਨ ਦਾ ਕੀ ਨਿਬੜਦਾ ਇਹ ਉਹਦੇ ਤੇ ਡਿਸਾਈਡ ਹੋਏਗਾ। ਅਜੇ ਟਾਈਮ ਚਾਹੀਦਾ ਥੋੜ੍ਹਾ ਜਿਹਾ ਪੰਜਾਬ ਦੀ ਸਿਆਸਤ ਦਾ ਵੈਕਿਊਮ ਜਿਹੜਾ ਖਿਲਾ ਹੈ ਉਹਨੂੰ ਲੈਣ ਦੇ ਲਈ। ਹਜੇ ਲੋਕ ਜਿਹੜੇ ਇਹੀ ਕਰਨ ਲੱਗੇ ਕਿ ਅਮਰਿੰਦਰ ਆ ਗਿਆ, ਬੀਜੇਪੀ ਅਮਰਿੰਦਰ ਇਕੱਠਾ ਹੋ ਜੂ, 3-4 ਧੜੇ ਬਣ ਜਾਣਗੇ, 3 ਹੋ ਜਾਣਗੇ, ਫਲਾਨਾ, ਇਹ ਕੈਲਕੂਲੇਸ਼ਨਾਂ ਕਾਗਜ਼ੀ ਮੈਨੂੰ ਲੱਗਦਾ ਹੋ ਸਕਦੀਆਂ ਨੇ। ਪਰ ਜਿਹੜੀ ਇੱਕ ਜਾਗ ਕਿਸਾਨ ਅੰਦੋਲਨ ਨੇ ਲਾਈ ਹੋਈ ਹੈ ਫੀਲਡ ਦੇ ਵਿੱਚ, ਉਹ ਜਾਗ ਕਿੰਨਾ ਕੰਮ ਕਰੂਗੀ, ਕਿੰਨਾ ਦੁੱਧ ਜਵਾ ਸਕਦੀ ਹੈ ਅੱਗੇ ਹੋਰ ਜ਼ਿਆਦਾ ਇਸ ਲੈਵਲ ਦੇ ਉੱਤੇ, ਉਹਨੂੰ ਧਿਆਨ 'ਚ ਰੱਖਣਾ ਪਏਗਾ ਜ਼ਰੂਰ। ਉਹ ਅਜੇ ਇੱਕ ਪ੍ਰੋਸੈਸ 'ਚੋਂ ਪਤਾ ਲੱਗੇਗਾ, ਅਜੇ ਟਾਈਮ ਹੈਗਾ ਵੋਟਾਂ ਦੇ ਵਿੱਚ, ਤੁਰੰਤ ਤਾਂ ਕੱਲ੍ਹ ਨੂੰ ਪੈਣ ਨਹੀਂ ਜਾ ਰਹੀਆਂ, ਇਸ ਲਈ ਉਦੋਂ ਬਿਨਾਂ ਨਹੀਂ ਐਨਾਲਿਸਿਸ। ਹਮੀਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਤਮਾਮ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਜੀ ਸ਼ੁਕਰੀਆ। ਤਾਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਉਹਨਾਂ ਦੇ ਨਾਲ ਪੰਜਾਬ ਔਰ ਕਿਸਾਨੀ ਮੁੱਦੇ ਦੇ ਉੱਤੇ ਚਰਚਾ ਕਰ ਰਹੇ ਸੀ ਕਿ ਕਿਹੋ ਜਿਹਾ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੀਕਰਨ ਰਹਿੰਦਾ ਹੈ ਕਿ ਕਿਸਾਨੀ ਅੰਦੋਲਨ ਖਤਮ ਹੋਣ ਜਾ ਰਿਹਾ ਹੈ। ਭਾਜਪਾ ਦਾ ਜਿਹੜਾ ਨਵਾਂ ਨਾਅਰਾ ਦਿੱਤਾ ਗਿਆ ਉਹਨਾਂ ਦੇ ਵੱਲੋਂ, ਨਵਾਂ ਪੰਜਾਬ ਭਾਜਪਾ ਦੇ ਨਾਲ, ਤਾਂ ਕਿੰਨੇ ਕੁ ਲੋਕ ਨੇ, ਕਿਹੜੇ ਲੋਕ ਨੇ ਜਿਹੜੇ ਭਾਜਪਾ ਦੇ ਨਾਲ ਖੜੇ ਨਜ਼ਰ ਆਉਣਗੇ, ਤਾਂ ਕੀ ਇਸ ਮੁੱਦੇ ਦੇ ਉੱਤੇ ਉਹ ਅੱਗੇ ਇਸ ਨੂੰ ਕੰਪੇਨ ਨੂੰ ਚਲਾਉਂਦੇ ਹੋਏ ਨਜ਼ਰ ਆਉਣਗੇ, ਤਾਂ ਉਸ ਦੇ ਉੱਤੇ ਗੱਲਬਾਤ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।